खबरां दे बुलेटिन च तुहाडा स्वागत है। नज़र मारदे हां अज दीयां खास खबरां ते। ਅੱਜ ਪਠਾਨਕੋਟ ਦੇ ਸੁਜਾਨਪੁਰ ਵਿੱਚ ਗੁੱਸੇ ਵਿੱਚ ਆਏ ਲੋਕਾਂ ਨੇ ਸੰਸਦ ਮੈਂਬਰ ਸਨੀ ਦਿਓਲ ਦੀ ਗੁੰਮਸ਼ੁਦਗੀ ਦੇ ਪੋਸਟਰ ਲਗਾ ਕੇ ਰੋਸ ਜ਼ਾਹਿਰ ਕੀਤਾ। ਲੋਕਾਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਇੱਕ ਸੜਕ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ ਸੀ, ਜਿਸ ਦਾ ਕੰਮ ਅੱਜ ਤੱਕ ਨੇਪਰੇ ਨਹੀਂ ਚੜਿਆ ਹੈ। ਅਜੇ ਕੀ ਕਹਿਣਾ ਰੋਡ ਦੇ ਬਾਰੇ? ਸਰ ਇਸ ਤਰ੍ਹਾਂ ਹੈ ਕਿ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ। ਜਦੋਂ ਇਲੈਕਸ਼ਨ ਹੁੰਦੇ ਆ, ਵੋਟਾਂ ਲੈਣ ਵਾਸਤੇ ਆ ਜਾਂਦੇ ਨਾ, ਇੱਥੇ ਬਕਾਇਦਾ ਇਹਨਾਂ ਨੇ ਉਹ ਵੀ ਲਾਤਾ, ਬੋਰਡ ਵੀ ਲਾਤਾ ਕਿ ਅਸੀਂ ਸੜਕ ਮੁਕੰਮਲ ਕਰਤੀ ਆ। ਪਰ ਇੱਥੋਂ ਦਾ ਹਾਲਤ ਬਹੁਤ ਜ਼ਿਆਦਾ ਮਾੜੀ ਹੈਗੀ ਆ। ਕਿਸੇ ਬੱਚਿਆਂ ਨੇ ਲੰਘਣਾ ਇਸ ਤੋਂ, ਰੋਡ ਦਾ ਬਹੁਤ ਹੀ ਮਾੜੀ ਹਾਲਤ ਆ। ਉਹਦੇ ਵੱਲ ਕੋਈ ਧਿਆਨ ਨਹੀਂ ਦਿੰਦਾ। ਜਦੋਂ ਇਲੈਕਸ਼ਨ ਸਮਾਪਤ ਹੋ ਜਾਂਦੇ ਆ, ਕੋਈ ਨਹੀਂ ਇੱਧਰ ਵੜਦਾ ਹੈਗਾ। ਅਤੇ ਸਾਨੂੰ ਇਹੀ ਅਪੀਲ ਕੀਤੀ ਜਾਂਦੀ ਹੈ ਪ੍ਰਸ਼ਾਸਨ ਨੂੰ ਕਿ ਜਲਦੀ ਜਲਦੀ ਦੀ ਰੋਡ ਨਵਾਂ ਬਣਾਇਆ ਜਾਏ, ਔਰ ਨਵਾਂ ਬਣਨ ਤੋਂ ਬਾਅਦ ਇਹਦੀ ਰਖਵਾਲੀ ਵੀ ਕੀਤੀ ਜਾਏ। ਇਹ ਹੈ ਕਿ ਜਦੋਂ ਬਣਾ ਕੇ ਚੱਲ ਜਾਂਦੇ ਆ ਅਤੇ ਓਵਰਲੋਡ ਗੱਡੀਆਂ ਜਾਂਦੀਆਂ ਅਤੇ 6 ਮਹੀਨੇ ਰੋਡ ਟੁੱਟ ਜਾਂਦਾ ਆ। ਕਿੰਨੇ ਦੀ ਸਮੱਸਿਆ ਆ ਰਹੀ ਸਰ? ਇਹ ਘੱਟੋ ਘੱਟ 5 ਸਾਲ ਤੋਂ ਹੀ ਟੁੱਟਿਆ ਇੱਦਾਂ ਹੀ। ਉਦਘਾਟਨ ਕਦੋਂ ਕੀਤਾ ਗਿਆ ਇਸਦਾ? ਸਰ ਹੋ ਹੀ ਗਿਆ ਜਦੋਂ ਪਿੱਛੇ ਇਲੈਕਸ਼ਨ ਹੋ ਜਾਣਾ, ਉਹਦੇ ਇਲੈਕਸ਼ਨ ਵਿੱਚ ਹੀ ਕਰਤਾ ਇਹਨਾਂ ਨੇ ਉਦਘਾਟਨ ਕੀਤਾ ਆ। ਅਤੇ ਰੋਡ ਬਣਾਈ ਕੁਝ ਨਹੀਂ, ਕੋਈ ਨਹੀਂ ਆਇਆ ਜੀ। ਉਹਦੇ ਕੋਈ ਵਰਕਰ ਆਏ ਸੀ ਥੋੜ੍ਹੇ ਬਹੁਤੇ ਉਹਨਾਂ ਦੇ, ਅਤੇ ਉਹਨਾਂ ਨੇ ਲਾ ਕੇ ਇੱਥੇ ਉਦਘਾਟਨ ਕਰਤਾ, ਪਰ ਇੱਥੇ ਕੋਈ ਰੋਡ ਦੀ ਕੋਈ ਨਹੀਂ ਬਣਿਆ ਇੱਥੇ ਹੈਗਾ। ਮੇਰਾ ਨਾਮ ਨਰਿੰਦਰ ਹੈ ਜੀ। ਮੈਂ ਰਾਧਾ ਸਵਾਮੀ ਸਤਸੰਗ ਘਾਟ ਤੋਂ ਮੁੱਖ ਸੇਵਕ ਹਾਂ ਜੀ। ਪਹਿਲਾਂ ਵੀ ਇੱਥੇ ਕਾਫੀ ਦੇਰ ਤੋਂ ਦੇਖਿਆ ਗਿਆ ਹੈ ਕਿ ਦੇਖੋ 3 ਤੋਂ 4,000 ਸੰਗਤ ਇੱਥੇ ਹਰ ਸੰਡੇ ਔਰ ਵੀਰਵਾਰ ਨੂੰ ਰਾਧਾ ਸਵਾਮੀ ਸਤਸੰਗ ਘਰ ਵਿੱਚ ਸਤਸੰਗ ਸੁਣਨ ਵਾਲੀ ਇੱਥੇ ਆਉਂਦੀ ਹੈ ਜੀ। ਪਲੱਸ ਇੱਥੇ ਅਕਾਲ ਅਕੈਡਮੀ ਬੱਚਿਆਂ ਦਾ ਇੱਕ ਬੜਾ ਵੱਡਾ ਸਕੂਲ ਹੈ ਜੀ। ਡੇਲੀ ਬੱਸਾਂ ਬੱਚਿਆਂ ਵਾਸਤੇ ਵੀ ਔਰ ਆਟੋ ਵੀ ਬੱਚਿਆਂ ਵਾਸਤੇ ਆਉਂਦੇ ਆ ਜੀ। ਪਰ ਵੇਖਣ ਦੇ ਵਿੱਚ ਆਇਆ ਕਿ ਜਦੋਂ ਇਲੈਕਸ਼ਨ ਸੀ, ਇਲੈਕਸ਼ਨਾਂ ਤੋਂ ਪਹਿਲਾਂ ਇੱਕ ਦਿਨ ਰਾਤੋਂ ਰਾਤ ਹੀ ਇੱਥੇ ਬੋਰਡ ਲੱਗ ਗਏ ਆ ਜੀ ਨਿਰਮਾਣ ਦੇ, ਪ੍ਰਧਾਨ ਮੰਤਰੀ ਯੋਜਨਾ ਦੇ ਨਿਰਮਾਣ ਵਾਸਤੇ। ਉਹਦੇ ਬਾਅਦ ਕਿਸੇ ਨੇ ਸੁੱਧ ਬੁੱਧ ਨਹੀਂ ਲਈ ਇਸ ਰੋਡ ਦੀ। ਰੋਡ ਦੇ ਉੱਪਰ ਉਸ ਤਰ੍ਹਾਂ ਹੀ ਤੋੜ ਭੰਨ ਕਰਕੇ ਰੋਡ ਨੂੰ ਛੱਡ ਗਿਆ। ਇੱਥੇ ਵੀਰਵਾਰ ਨੂੰ ਅਤੇ ਸਤਸੰਗ ਨੂੰ, ਵੀਰਵਾਰ ਔਰ ਐਤਵਾਰ ਨੂੰ ਸਤਸੰਗ ਹੁੰਦਾ ਜੀ। ਕਾਫੀ ਸੰਗਤ ਸਤਸੰਗ ਵਾਸਤੇ ਆਉਂਦੀ ਆ, ਪਰ ਇਹਦੇ ਨਾਲ ਦੇਖਿਆ ਗਿਆ ਕਿ ਕਾਫੀ ਐਕਸੀਡੈਂਟ ਦਾ ਵੀ ਇੱਥੇ ਖਤਰਾ ਬਣਿਆ ਹੋਇਆ ਔਰ ਐਕਸੀਡੈਂਟ ਹੋਏ ਵੀ ਆ। ਇਸ ਦੇ ਨਾਲ ਜਿਹੜੀ ਪਬਲਿਕ ਆ ਉਹਦੇ ਜਾਨ ਮਾਲ ਦਾ ਨੁਕਸਾਨ ਹੁੰਦਾ ਹੈ। ਅਸੀਂ ਪ੍ਰਸ਼ਾਸਨ ਅੱਗੇ ਇਹੋ ਬੇਨਤੀ ਕਰਨੇ ਆ ਕਿ ਇਹਨੂੰ ਫਟਾਫਟ ਤਿਆਰ ਕੀਤਾ ਜਾਏ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਮਾੜੀ ਕੋਈ ਦੁਰਘਟਨਾ ਨਾ ਵਾਪਰੇ ਜਿਹਦੇ ਨਾਲ ਪਬਲਿਕ ਦੇ ਜਾਨ ਮਾਲ ਦਾ ਨੁਕਸਾਨ ਹੋਵੇ। ਹਾਂਜੀ, ਸਨੀ ਦਿਓਲ ਦੇ ਪੋਸਟਰ ਲਗਾਏ ਆ ਜੀ। ਸਨੀ ਦਿਓਲ ਹੋਰੀ ਜਦੋਂ ਇਹਦਾ ਨਿਰਮਾਣ ਕੀਤਾ ਗਿਆ ਸੀਗਾ, ਇਹਦਾ ਉਦਘਾਟਨ ਕੀਤਾ ਗਿਆ ਸੀਗਾ, ਉਸ ਵੇਲੇ ਵੀ ਕਿਸੇ ਨੂੰ ਨਹੀਂ ਦਿਖੇ ਅਤੇ ਬਾਅਦ ਦੇ ਵਿੱਚ ਵੀ ਨਹੀਂ ਕਿਸੇ ਨੂੰ ਦਿਖੇ। ਔਰ ਅੱਜ ਤਕਰੀਬਨ ਮੇਰੇ ਖਿਆਲ ਦੇ ਵਿੱਚ 6 ਮਹੀਨੇ ਹੋ ਗਏ ਹੋਣੇ ਆ ਇਲੈਕਸ਼ਨਾਂ ਤੋਂ ਬਾਅਦ। 6 ਮਹੀਨੇ ਹੋ ਗਏ ਜੀ। 6 ਮਹੀਨੇ ਨੂੰ ਉਸ ਤਰ੍ਹਾਂ ਹੀ ਸੜਕ ਟੁੱਟੀ ਭੱਜੀ ਹੈ ਜੀ। ਨਾ ਇਹਦੀ ਕੋਈ ਰਿਪੇਅਰ ਹੁੰਦੀ ਹੈ। ਟੋਏ ਤੁਸੀਂ ਅੱਗੇ ਜਾ ਕੇ ਦੇਖੋ, ਇਸ ਰੋਡ ਦੇ ਅਗਲੇ ਪਾਸੇ ਜਾਓ, 3-3 4-4 ਫੁੱਟ ਡੂੰਘੇ ਟੋਏ ਆ। 2-3 ਵਾਰੀ ਆਟੋ ਵੀ ਪਲਟੇ ਆ। ਆਟੋ ਪਲਟਣ ਨਾਲ ਜਿਹੜੀ ਪਬਲਿਕ ਆਉਂਦੀ ਹੈ ਉਹਨਾਂ ਨੂੰ ਵੀ ਨੁਕਸਾਨ ਹੋਇਆ, ਸੱਟਾਂ ਵੀ ਲੱਗੀਆਂ। ਪਰ ਇਹ ਸਰਕਾਰ ਇਸ ਵਾਰ ਕੋਈ ਧਿਆਨ ਨਹੀਂ ਦੇ ਰਹੀ ਹੈ ਜੀ। ਇਸ ਲਈ ਤੁਹਾਡੇ ਮਾਧਿਅਮ ਰਾਹੀਂ ਅਸੀਂ ਸਰਕਾਰ ਅੱਗੇ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਇਸ ਬਾਰੇ ਫਟਾਫਟ ਧਿਆਨ ਦਿੱਤਾ ਜਾਏ ਤਾਂ ਜੋ ਸੰਗਤ ਜਾਂ ਜੋ ਪਬਲਿਕ ਇਸ ਰੋਡ ਦੇ ਉੱਪਰ ਲੰਘਦੀ ਆ ਉਹਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ। ਐਸਐਸਪੀ ਤਰਨਤਾਰਨ ਸ਼੍ਰੀ ਗੁਰਮੀਤ ਸਿੰਘ ਚੌਹਾਨ ਵੱਲੋਂ ਜ਼ਿਲ੍ਹੇ ਵਿੱਚ ਡਰੈਗਨ ਡੋਰ ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾ ਦਿੱਤੀ ਹੈ, ਜਿਸ ਤਹਿਤ ਹੁਕਮਾਂ ਦੀ ਪਾਲਣਾ ਕਰਦੇ ਹੋਏ ਡੀਐਸਪੀ ਸਬ ਡਿਵੀਜ਼ਨ ਗੋਇੰਦਵਾਲ ਸਾਹਿਬ ਸ਼੍ਰੀ ਅਰੁਣ ਸ਼ਰਮਾ ਦੀ ਅਗਵਾਈ ਹੇਠ ਥਾਣਾ ਚੋਲਾ ਸਾਹਿਬ ਦੀ ਪੁਲਿਸ ਪਾਰਟੀ ਵੱਲੋਂ ਪਾਬੰਦੀਸ਼ੁਦਾ ਡਰੈਗਨ ਡੋਰ ਨੂੰ ਗੱਟੂਆਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ। ਹਾਂਜੀ ਸਰ, ਕੀ ਕਹਿਣਾ ਚਾਹੋਗੇ ਜਿਹੜਾ ਚੋਲਾ ਸਾਹਿਬ ਦੀ ਪੁਲਿਸ ਵੱਲੋਂ ਇਹ ਗੱਟੂ ਬਰਾਮਦ ਕੀਤੇ ਗਏ ਆ, ਕਿਹਦੇ ਕੋਲ ਬਰਾਮਦ ਕੀਤੇ ਗਏ ਤੇ ਕੀ ਕਾਰਵਾਈ ਕੀਤੀ ਗਈ ਸਰ? ਇਹ ਪੰਜਾਬ ਸਰਕਾਰ ਦੀਆਂ ਤੇ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਦੇ ਮੁਤਾਬਕ ਜਿਹੜੀ ਚਾਈਨਾ ਡੋਰ ਤੇ ਪੂਰਨ ਜਿਹੜੀ ਪਾਬੰਦੀ ਲਗਾਈ ਗਈ ਆ, ਉਸੇ ਲੜੀ ਦੇ ਤਹਿਤ ਏਐਸਆਈ ਹਰਦਿਆਲ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸੰਬੰਧ ਵਿੱਚ ਘੋੜੇਵਾਲਾ ਚੌਂਕ ਚੋਲਾ ਸਾਹਿਬ ਮੌਜੂਦ ਸੀਗਾ, ਜਿਸ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਕਸ਼ਮੀਰ ਸਿੰਘ ਆ ਜਿਹੜਾ ਭਾਂਡਿਆਂ ਦੀ ਦੁਕਾਨ ਕਰਦਾ ਵਾ, ਮੇਨ ਚੌਂਕ ਚੋਲਾ ਸਾਹਿਬ ਨੇੜੇ ਪੀਰ ਆਪਣੇ ਸ਼ਾਹੂ ਸ਼ਾਹ ਦੀ ਜਗ੍ਹਾ, ਉਹ ਚੋਰੀ ਛਿਪੇ ਗਾਹਕਾਂ ਨੂੰ ਚਾਈਨਾ ਡੋਰ ਵੇਚਦਾ। ਜਿਸ 'ਤੇ ਮਤਲਬ ਇਹ ਸਹੀ ਹਰਦਿਆਲ ਸਿੰਘ ਨੇ ਤੁਰੰਤ ਜਿਹੜੀ ਆ ਕਾਰਵਾਈ ਅਮਲ 'ਚ ਲਿਆਂਦੀ ਅਤੇ ਉਹਦੀ ਦੁਕਾਨ 'ਤੇ ਰੇਡ ਕੀਤਾ। ਉਹਨੇ ਆਪਦੇ ਮਤਲਬ ਹੱਥ ਦੇ ਵਿੱਚ ਤੋੜਾ ਫੜਿਆ ਹੋਇਆ ਸੀ ਅਤੇ ਗਾਹਕਾਂ ਨੂੰ ਜਿਹੜੀ ਉਹ ਚਾਈਨਾ ਡੋਰ ਸੇਲ ਕਰ ਰਿਹਾ ਸੀ। ਉਸਨੇ ਮਤਲਬ ਜਦੋਂ ਉਹਦਾ ਤੋੜਾ ਚੈੱਕ ਕੀਤਾ ਅਤੇ ਉਸ ਦੇ ਵਿੱਚੋਂ 15 ਗੱਟੂ ਵੱਡੇ ਅਤੇ ਛੋਟੇ ਚਾਈਨਾ ਡੋਰ ਦੇ ਜਿਹੜੇ ਆ ਬਰਾਮਦ ਹੋਏ ਆ, ਜਿਸ ਦੇ ਖਿਲਾਫ ਇਸ ਹਰਦਿਆਲ ਸਿੰਘ ਨੇ ਮੁਕੱਦਮਾ ਨੰਬਰ 3
ਮਿਤੀ 11/1/23 ਅੰਡਰ ਸੈਕਸ਼ਨ 188 IPC ਦੇ ਤਹਿਤ ਜਿਹੜਾ ਮੁਕੱਦਮਾ ਦਰਜ ਕਰਕੇ ਤੇ ਜਿਹੜੀ ਆ ਕਾਰਵਾਈ ਅਮਲ ਵਿੱਚ ਲਿਆਂਦੀ। ਸਰ ਦੇਖਿਆ ਜਾਵੇ ਵੇਚਣ ਵਾਲਿਆਂ ਨੇ ਜਿਹੜੇ ਲੈ ਕੇ ਗੁੱਡੀਆਂ ਉਡਾਉਂਦੇ ਨੇ ਉਹਨਾਂ ਨੂੰ ਕੀ ਤੁਹਾਡੇ ਵੱਲੋਂ ਤਾੜਨਾ ਕੀਤੀ ਜਾਂਦੀ ਹੈ ਜੀ? ਅਸੀਂ ਸਾਰਿਆਂ ਨੂੰ ਬੱਚਿਆਂ ਨੂੰ ਇਹੀ ਕਹਿੰਦੇ ਹਾਂ ਵੀ ਜਿਸ ਤਰ੍ਹਾਂ ਜਿਹੜੀ ਪੁਰਾਣੀ ਡੋਰ ਸੀ, ਜਿਸ ਤਰ੍ਹਾਂ ਜੇ ਕਿਸੇ ਨੇ ਪਤੰਗ ਡਾਉਣੀ ਆਪਦਾ ਸ਼ੌਂਕ ਪੂਰਾ ਕਰਨਾ ਵਾ ਤੇ ਉਹਦੇ ਨਾਲ ਆਪਦੀ ਪਤੰਗ ਡਾਵੇ। ਇਹ ਜਿਹੜੀ ਬਹੁਤ ਘਾਤਕ ਆ ਡੋਰ, ਇਹਦੇ ਨਾਲ ਮਤਲਬ ਕਈਆਂ ਇਨਸਾਨਾਂ ਦੀ ਜਾਨ ਵੀ ਜਾ ਚੁੱਕੀ ਆ, ਕਈ ਨਕਾਰਾ ਹੋ ਗਏ ਆ, ਕਈਆਂ ਦੀਆਂ ਅੱਖਾਂ ਚਲੇ ਗਈਆਂ, ਕਈ ਜਿਹੜੇ ਆ ਪਸ਼ੂ ਪੰਛੀ ਵੀ ਇਹਨਾਂ ਦੀ ਲਪੇਟ ਵਿੱਚ ਬਹੁਤ ਆਏ ਆ। ਅਸੀਂ ਤੇ ਉਹ ਸਾਰੇ ਪੰਜਾਬ ਵਾਸੀਆਂ ਨੂੰ ਹਦਾਇਤ ਕਰਦੇ ਹਾਂ ਵੀ ਜਿਹੜੀ ਪਹਿਲੋਂ ਡੋਰ ਚੱਲਦੀ ਸੀ ਆਮ ਨਾਰਮਲ ਡੋਰ, ਉਹਦੇ ਨਾਲ ਗੁੱਡੀਆਂ ਲਾਉਣ। ਬਾਜ਼ਾਰ ਵਿੱਚ ਟੀ-ਸ਼ਰਟ ਅਤੇ ਬੈਗ ਤੋਂ ਬਾਅਦ ਹੁਣ ਬੱਚਿਆਂ ਵਿੱਚ ਮੂਸੇਵਾਲੇ ਦੀ ਫੋਟੋ ਵਾਲੇ ਪਤੰਗਾਂ ਖਰੀਦਣ ਦਾ ਕ੍ਰੇਜ਼ ਦਿਖਾਈ ਦੇ ਰਿਹਾ ਹੈ। ਬਾਜ਼ਾਰ ਵਿੱਚ ਸਿੱਧੂ ਮੂਸੇਵਾਲਾ ਦੀ ਫੋਟੋ ਵਾਲੇ ਪਤੰਗ ਵਿਕ ਰਹੇ ਹਨ। ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਬੇਸ਼ੱਕ ਇਸ ਦੁਨੀਆ ਵਿੱਚ ਨਹੀਂ ਰਹੇ, ਪਰ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਅੱਜ ਵੀ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਰਹੇ ਹਨ। ਸਿੱਧੂ ਮੂਸੇਵਾਲਾ ਦੀ ਬਾਜ਼ਾਰ ਵਿੱਚ ਜਿੱਥੇ ਪਹਿਲਾਂ ਟੀ-ਸ਼ਰਟ ਅਤੇ ਬੈਗ ਵਿਕ ਰਹੇ ਸਨ, ਹੁਣ ਬੱਚਿਆਂ ਵਿੱਚ ਮੂਸੇਵਾਲਾ ਦੀ ਫੋਟੋ ਵਾਲੇ ਪਤੰਗਾਂ ਦਾ ਕ੍ਰੇਜ਼ ਦਿਖਾਈ ਦੇ ਰਿਹਾ ਹੈ। ਲੋਹੜੀ ਜੀ ਸਿੱਧੂ ਮੂਸੇਵਾਲੇ ਦੇ ਗਾਣੇ ਚੱਲੂਗੇ, ਜਿਵੇਂ ਕਿ ਕੁਝ ਇੱਥੇ ਚਾਂਦੀ ਚਮਕਾਉਣਾ ਚਾਹੁੰਦੇ ਨੇ, ਨਾਮ ਤੇਰਾ ਫੜ ਥੱਲੇ ਲਾਉਣਾ ਚਾਹੁੰਦੇ ਨੇ। ਕੁਝ ਇੱਥੇ ਆਏ ਭੁੱਖੇ ਫੇਮ ਦੇ। ਕਿਸ ਤਰ੍ਹਾਂ ਤੁਸੀਂ ਆਪਣੀ ਕਿਹੜੀ ਗੁੱਡੀ ਡਾਓਗੇ? ਸਿੱਧੂ ਮੂਸੇਵਾਲੇ ਦੇ ਭਾਜੀ, ਸਿੱਧੂ ਮੂਸੇਵਾਲਾ ਚੱਲੂਗਾ ਯਾਰ, ਕਿ ਡੀਜਿਆਂ ਦੇ ਵੀ ਸਿੱਧੂ ਮੂਸੇਵਾਲਾ ਚੱਲੂਗਾ। ਬੜਾ ਵਧੀਆ ਬੰਦਾ ਸੀ ਜੀ, ਜਿਹਨੂੰ ਧੋਖੇ ਨਾਲ ਮਰਵਾ ਦਿੱਤਾ ਇਹਨਾਂ ਨੇ, ਪਰ ਬਹੁਤ ਮਾੜਾ ਕੀਤਾ ਇਹਨਾਂ ਨੇ। ਲੋਕੀ ਸੜਦੇ ਸੀ ਉਹਦੇ ਕੋਲ ਜੀ, ਉਹਦੇ ਗਾਣੇ ਵਧੀਆ ਸੀ, ਚੜ੍ਹਨ ਲੱਗ ਪਿਆ ਸੀ, ਥੋੜਾ ਸਟਾਰ ਬਣ ਗਿਆ ਸੀ ਉਹ, ਤੇ ਇਦਾਂ ਹੀ ਤਾਂ ਤੁਹਾਨੂੰ ਪਤਾ ਅੱਜ ਕੱਲ੍ਹ ਤਰੱਕੀ ਜਿਹੜੀ ਹੈ ਜਰੀ ਨਹੀਂ ਆਉਂਦੀ ਲੋਕਾਂ ਕੋਲ, ਤੇ ਬਹੁਤ ਮਾੜਾ ਕੀਤਾ। ਉਹ ਵਿਚਾਰੇ ਮਾਂ ਪਿਓ ਜਿਹੜੇ ਉਹਦੇ ਬਹੁਤ ਦੁਖੀ ਆ ਜੀ। ਉਹਨਾਂ ਨੇ ਚੰਗੀ ਭਲੀ ਲੋਹੜੀ ਮਨਾਉਣੀ ਹੁੰਦੀ ਸੀ ਹਰ ਯਾਰ, ਕੀ ਵਿਚਾਰੇ ਕਿੱਦਾਂ ਲੋਹੜੀ ਮਨਾਉਗੇ? ਪੁੱਤ ਉਹਨਾਂ ਦਾ ਹੈਗਾ ਨਹੀਂ ਆ, ਪੁੱਤ ਤੁਹਾਨੂੰ ਪਤਾ ਜਿਨ੍ਹਾਂ ਦਾ ਵੀ ਜਾਂਦਾ ਉਹਨਾਂ ਨੂੰ ਦੁੱਖ ਕਿੰਨਾ ਹੁੰਦਾ ਜੀ। ਅਸੀਂ ਸਿੱਧੂ ਮੂਸੇਵਾਲੇ ਦੇ ਨਾਂ ਦੇ ਗੁੱਡੇ ਡਾਵਾਂਗੇ ਤੇ ਸਿੱਧੂ ਮੂਸੇਵਾਲੇ ਗਾਣੇ ਲਾਵਾਂਗੇ ਤੇ ਇੰਜੋਇਮੈਂਟ ਪੂਰਾ ਡੀਜੇ ਲਾਵਾਂਗੇ, ਸਿੱਧੂ ਮੂਸੇਵਾਲੇ ਦੇ ਗਾਣੇ ਲਾਵਾਂਗੇ ਜੀ ਉੱਤੇ। ਕਿਹੜਾ ਗਾਣਾ ਤੁਹਾਨੂੰ ਪਸੰਦ ਹੈ ਸਿੱਧੂ ਮੂਸੇਵਾਲਾ? 295 ਜੀ। ਕੀ ਗਾਣਾ ਬੋਲੋਗੇ ਮਾੜਾ ਜਿਹਾ ਥੋੜਾ? ਚੱਲ ਬੋਲ ਕਰਨਾ। ਸਿੱਧੂ ਮੂਸੇਵਾਲੇ ਨੂੰ ਇਹ ਮਾਰਤਾ ਵਾ, ਪਰ ਸਾਰੇ ਗੁੱਡੀ ਡਾਵਾਂਗੇ ਤੇ ਡੈਕ ਵੀ ਸਿੱਧੂ ਮੂਸੇਵਾਲੇ ਦੇ ਗਾਣੇ ਲਾਵਾਂਗੇ ਉੱਥੇ, ਤੇ ਪੂਰਾ ਇੰਜੋਏ ਕਰਾਂਗੇ। ਸਿੱਧੂ ਮੂਸੇਵਾਲੇ ਸਾਡੇ ਦਿਲਾਂ 'ਚ ਜਾਗਦਾ ਵਾ ਤੇ ਜਾਗਦਾ ਰਹੂਗਾ। ਜਿਵੇਂ ਤੁਸੀਂ ਮਾਰਤਾ, ਕਿਸ ਤਰ੍ਹਾਂ ਯਾਦ ਰਹੂਗਾ ਸਿੱਧੂ ਮੂਸੇਵਾਲਾ? ਆਹੀ ਉਹਨਾਂ ਦੇ ਗੁੱਡੇ ਡਾਵਾਂਗੇ ਤੇ ਗਾਣੇ ਗੁੱਡੇ ਲਾਵਾਂਗੇ ਡੈਕਾਂ ਦੇ ਸਾਰੇ ਬਣੇ। ਵੀ ਜੇ ਆਪਾਂ ਗੁੱਡੀ ਡਾਉਣੀ ਹੈ ਸਿੱਧੂ ਮੂਸੇਵਾਲੇ ਦੀ, ਆਪਾਂ ਦੁਕਾਨ ਤੇ ਗੁੱਡੀਆਂ ਲੈਣ ਆਏ ਆ, ਸਿੱਧੂ ਮੂਸੇਵਾਲੇ ਦੀ ਗੁੱਡੀਆਂ ਖੜਨਾ। ਸਿੱਧੂ ਮੂਸੇਵਾਲਾ ਸਾਡੇ ਦਿਲ 'ਚ ਆ, ਠੀਕ ਆ। ਆਪਾਂ ਸਿੱਧੂ ਮੂਸੇਵਾਲੇ ਤੁਹਾਨੂੰ ਗਾਣਾ ਸੁਣਾ ਕੇ 295, ਠੀਕ ਹੈ। ਸੱਚ ਬੋਲੇਗਾ ਤਾਂ ਮਿਲੂਗੀ 295, ਜੇ ਕਰੇਗਾ ਤਰੱਕੀ ਪੁੱਤ ਹੇਠ ਮਿਲੂਗੀ। ਆਪਾਂ ਲੋਹੜੀ ਦੀਆਂ ਗੁੱਡੀਆਂ ਸਿੱਧੂ ਮੂਸੇਵਾਲੇ ਦੀਆਂ ਹੀ ਡਾਉਣੀਆਂ, ਜੋ ਮਰਜ਼ੀ ਹੋ ਜਾਏ, ਆਪਾਂ ਪੂਰਾ ਇੰਜੋਏ ਕਰਨਾ ਸਿੱਧੂ ਮੂਸੇਵਾਲੇ ਦੇ ਨਾਂ ਤੇ ਯਾਰ ਕੀ ਲੋਹੜੀ, ਠੀਕ ਹੈ ਭਾਈ। ਸਿੱਧੂ ਮੂਸੇਵਾਲਾ ਨੂੰ ਬੇਸ਼ੱਕ ਮਾਰਤਾ ਤੇ ਕਿਸ ਤਰ੍ਹਾਂ ਯਾਦ ਰੱਖੋਗੇ? ਬੇਸ਼ੱਕ ਮਾਰਤਾ, ਕੋਈ ਗੱਲ ਨਹੀਂ। ਆਪਾਂ ਹਰ ਲੋਹੜੀ ਦੇ ਗੁੱਡੇ ਡਾ ਕੇ ਨੂੰ ਯਾਦ ਕਰਿਆ ਕਰਾਂਗੇ, ਉਹਦੇ ਗਾਣੇ ਲਾਵਾਂਗੇ। ਉਹਦੇ ਗਾਣੇ ਹਲੇ ਵੀ ਆਉਂਦੇ ਆ, ਉਹਦੇ ਆਪਾਂ ਗਾਣੇ ਡਾਵਾਂਗੇ। ਆਪਾਂ ਲੋਹੜੀ ਤੇ ਉਹਦੇ ਪੂਰੇ ਗੁੱਡੇ ਡਾਵਾਂਗੇ। ਅਲੀ ਮੁਕਤਿਆਂ ਦੀ ਯਾਦ ਵਿੱਚ ਮਨਾਏ ਜਾਂਦੇ ਇਤਿਹਾਸਿਕ ਮੇਲਾ ਮਾਘੀ ਸੰਬੰਧੀ ਧਾਰਮਿਕ ਸਮਾਗਮਾਂ ਦੀ ਸ਼ੁਰੂਆਤ ਅੱਜ ਤੋਂ ਹੋ ਗਈ। ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਦੇ ਨਾਲ ਇਹਨਾਂ ਸਮਾਗਮਾਂ ਦੀ ਸ਼ੁਰੂਆਤ ਕੀਤੀ ਗਈ। ਇਹ ਸਮਾਗਮ 15 ਜਨਵਰੀ ਤੱਕ ਚੱਲਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਵਿਖੇ ਸਾਲਾਨਾ ਸ਼ਹੀਦੀ ਜੋੜ ਮੇਲਾ ਮਾਘੀ, ਜੋ ਕਿ 13, 14 ਤੇ 15 ਜਨਵਰੀ ਨੂੰ ਸੰਗਤਾਂ ਦੇ ਸੰਯੋਗ ਨਾਲ ਮਨਾਇਆ ਜਾ ਰਿਹਾ ਹੈ। ਇਸ ਦੇ ਸਬੰਧ ਵਿੱਚ ਮਿਤੀ 12/11 ਜਨਵਰੀ ਨੂੰ ਸਵੇਰੇ 10 ਵਜੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਜਾਣਗੇ, ਜਿਨ੍ਹਾਂ ਦੇ ਭੋਗ 14 ਤਰੀਕ ਨੂੰ ਸਵੇਰੇ 8 ਵਜੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਪਾਏ ਜਾਣਗੇ। ਉਪਰੰਤ ਮਿਤੀ 13 ਅਤੇ 14 ਜਨਵਰੀ ਨੂੰ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਵਿੱਚ ਉੱਚ ਕੋਟੀ ਦੇ ਰਾਗੀ, ਢਾਡੀ ਅਤੇ ਕਵੀਸ਼ਰ ਸੰਗਤਾਂ ਨੂੰ ਗੁਰੂ ਇਤਿਹਾਸ ਜਾਣੂ ਕਰਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਮਿਤੀ 15 ਨੂੰ ਇੱਕ ਮਹਾਨ ਨਗਰ ਕੀਰਤਨ ਗੇਟ ਨੰਬਰ 4 ਤੋਂ ਪ੍ਰਾਰੰਭ ਹੋਏਗਾ, ਜੋ ਕਿ ਵੱਖ-ਵੱਖ ਸਥਾਨਾਂ ਤੋਂ ਸ਼ਹਿਰ ਦੇ ਵਿੱਚ ਹੁੰਦਾ ਆ। ਗੁਰਦੁਆਰਾ ਟਿੱਬੀ ਸਾਹਿਬ, ਗੁਰਦੁਆਰਾ ਦਾਤਨਸਰ ਤੋਂ ਹੁੰਦਾ ਹੋਇਆ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਸਮਾਪਤੀ ਹੋਏਗੀ। ਮੇਰੀ ਸਾਧ ਸੰਗਤ ਨੂੰ ਬੇਨਤੀ ਹੈ ਕਿ ਇਹਨਾਂ ਸ਼ਹੀਦੀ ਜੋੜ ਮੇਲਿਆਂ ਦੇ ਵਿੱਚ ਵੱਧ ਤੋਂ ਵੱਧ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਇੱਕ ਸਾਧ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰੀ ਸੂਚਨਾ, ਜੋ ਕੋਈ ਵੀ ਗਹਿਣਾ ਗੱਟਾ ਆਦਿ ਜਾਂ ਕੀਮਤੀ ਸਮਾਨ ਲੈ ਕੇ ਨਾ ਆਵੋ। ਕਿਸੇ ਵੀ ਅਣਪਛਾਤੇ ਵਿਅਕਤੀ ਕੋਲੋਂ ਕੋਈ ਵੀ ਚੀਜ਼ ਲੈ ਕੇ ਨਾ ਖਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਚਾਰ ਨਕਾਬਪੋਸ਼ ਕਾਰ ਸਵਾਰਾਂ ਨੇ ਗਨ ਪੁਆਇੰਟ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਚੜ੍ਹਦੀ ਸਰਵੇਰ ਕਰਿਆਨਾ ਮਾਲਕ ਵੱਲੋਂ ਜਦੋਂ ਖੋਲੀ ਗਈ ਦੁਕਾਨ ਤਾਂ ਲੁਟੇਰੇ ਗੱਡੀ ਵਿੱਚ ਭਰ ਕੇ ਰਾਸ਼ਨ ਲੈ ਗਏ ਤੇ ਨਕਦੀ ਲੈ ਗਏ। ਮੋਗਾ ਦੇ ਅਕਾਲਸਰ ਰੋਡ ਸਥਿਤ ਚਾਰ ਹਥਿਆਰਬੰਦ ਨਕਾਬਪੋਸ਼ ਬਦਮਾਸ਼ਾਂ ਵੱਲੋਂ ਚੜ੍ਹਦੀ ਸਵੇਰ 7 ਵਜੇ ਇੱਕ ਕਰਿਆਨੇ ਵਾਲੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਆਟੇ ਦੀਆਂ ਬੋਰੀਆਂ, ਰਿਫਾਈਨਡ ਤੇਲ, ਦੇਸੀ ਘਿਓ, ਖੰਡ, ਬੀੜੀਆਂ, ਸਿਗਰਟਾਂ ਅਤੇ ਨਕਲੀ ਨਕਦੀ ਲੈ ਕੇ ਫਰਾਰ ਹੋ ਗਏ। ਫਿਲਹਾਲ ਪੁਲਿਸ ਜਾਂਚ ਵਿੱਚ ਜੁਟੀ ਹੈ ਤੇ ਸੀਸੀਟੀਵੀ ਦੇ ਆਧਾਰ ਤੇ ਬਦਮਾਸ਼ਾਂ ਤੱਕ ਪਹੁੰਚ ਕਰ ਰਹੀ ਹੈ। ਕੀ ਨਾਮ ਹੈ ਜੀ? ਧਰਮਪਾਲ ਜੀ। ਕੀ ਘਟਨਾ ਹੋਈ ਹੈ ਤੁਹਾਡੇ ਨਾਲ ਸਵੇਰੇ? ਸਵੇਰੇ ਜੀ 4 ਬੰਦੇ ਵਰਨਾ ਗੱਡੀ ਤੇ ਆਏ ਆ ਜੀ। ਉਹਨਾਂ ਨੇ ਆਉਣ ਸਾਰ 2 ਬੰਦੇ ਉੱਤਰੇ, ਵਿੱਚੋਂ 2 ਬੰਦੇ ਉੱਤਰ ਕੇ ਆ ਕੇ ਮੈਨੂੰ ਉਹਨਾਂ ਨੇ ਰਿਵਾਲਵਰ ਦਿਖਾ ਕੇ ਦੁਕਾਨ ਦੇ ਪਿੱਛੇ ਲੈ ਗਏ ਜੀ। ਪਿੱਛੇ ਲਿਆ ਕੇ ਮੈਨੂੰ ਉੱਥੇ ਬਿਠਾਤਾ। ਉਹਨਾਂ ਨੇ ਕਹਿੰਦੇ ਮਾਰਿਆ ਜਾਏਗਾ, ਚੁੱਪ ਕਰਕੇ ਬੈਠਾ ਰਹਿ। ਮੇਰੀ ਤਲਾਸ਼ੀ ਲਈ ਮੋਬਾਈਲ ਵੇਖਣ ਲੱਗ ਪਏ, ਮੇਰੇ ਕੋਲ ਮੋਬਾਈਲ ਹੈ ਨਹੀਂ ਸੀ ਜੀ। ਤੇ ਉਸ ਤੋਂ ਬਾਅਦ ਉਹਨਾਂ ਨੇ ਸਮਾਨ ਜੋ ਉਹਨਾਂ ਦੇ ਹੱਥ 'ਚ ਆਇਆ ਉਹਨਾਂ ਨੇ ਲੱਦਣਾ ਫਟਾਫਟ ਸ਼ੁਰੂ ਕਰਤਾ। ਸਮਾਨ ਦੇ ਵਿੱਚ ਜਿਵੇਂ ਘਿਓ, ਰਿਫਾਈਨਡ, ਜੋ ਸਿਗਰਟਾਂ, ਬੀੜੀਆਂ, ਜੋ ਉਹਨਾਂ ਦੇ ਹੱਥ 'ਚ ਆਇਆ ਉਹਨਾਂ ਨੇ ਲੱਦ ਲਿਆ ਜੀ ਉਹ। ਤੇ ਜੋ ਗੱਲੇ 'ਚ ਪੈਸਾ ਪਿਆ ਸੀ ਉਹ ਪੈਸਾ ਲੈ ਗਏ ਹੈ। ਉਸ ਤੋਂ ਬਾਅਦ ਉਹ ਸਿੱਧਾ ਜੀਟੀ ਰੋਡ ਨੂੰ ਚਲੇ ਗਏ ਹੈ। ਜਦੋਂ ਮੈਂ ਭੱਜ ਕੇ ਬਾਹਰ ਆ ਕੇ ਵੇਖਿਆ ਸਾਹਮਣੇ ਨੂੰ ਜਾਂਦੇ ਪਏ ਸੀਗੇ। ਹੁਣ ਅਸੀਂ ਜਦੋਂ ਸੀਸੀਟੀਵੀ ਕੈਮਰੇ ਤੋਂ ਫੋਟੋ ਕਢਾਈ, ਉਹਦੇ ਵਿੱਚ ਵਾਪਸ ਫੇਰ ਇੱਧਰ ਨੂੰ ਮੁੜ ਗਿਆ ਜੀ ਉਹ ਬੋਨਾ ਚੌਂਕ ਕਨੀ ਨੂੰ। ਕੀ ਉਹ ਕਦੇ ਦੇਖੇ ਸੀ ਤੁਸੀਂ? ਨਹੀਂ ਜੀ, ਉਹ ਬੰਦਿਆਂ ਨੇ ਮੂੰਹ ਬੰਨੇ ਹੋਏ ਸੀ ਜੀ, ਲੋਈਆਂ ਲਾਈਆਂ ਹੋਈਆਂ ਸੀ, ਟੋਪੀਆਂ ਲਾਈਆਂ ਹੋਈਆਂ ਸੀ। 4 ਬੰਦੇ ਹੈ ਜੀ ਉਹ। ਕਿ ਕਦੇ ਪਿੱਛਾ ਕੀਤਾ ਹੋਵੇ ਤੁਹਾਡਾ? ਨਾ ਜੀ। ਕੋਈ ਕਾਲ ਕੀਤੀ ਹੋਵੇ? ਨਹੀਂ, ਕੋਈ ਕਾਲ ਨਹੀਂ ਆਈ ਜੀ, ਕੋਈ ਕੁਛ ਨਹੀਂ ਹੈ। ਕਿੰਨੇ ਵਜੇ ਦੀ ਘਟਨਾ ਹੈ? 7:09-10 ਮਿੰਟ ਦੀ ਗੱਲ ਹੈ ਜੀ। ਹਥਿਆਰ ਕਿੰਨੇ ਕੋਲੇ ਸੀਗੇ ਜੀ? ਇੱਕ ਜਣੇ ਕੋਲੇ ਇੱਕ ਦੇਸੀ ਜਾਂ ਰਿਵਾਲਵਰ ਸੀ ਜੀ। ਤੇ ਹੋਰ ਬਾਜੀ ਉਹ ਇੱਕ ਕੋਲੇ ਬੇਸਬਾਲ ਜੀ ਸੀਗੀ। ਤੇ ਜੇ ਪਛਾਣਨਾ ਹੋਵੇ ਪਛਾਣ ਲਓਗੇ ਉਹਨਾਂ ਨੂੰ ਮਾੜਾ ਮੋਟਾ? ਨਹੀਂ ਜੀ, ਮੂੰਹ ਬੰਨੇ ਹੋਏ ਸੀ ਜੀ ਬਿਲਕੁਲ ਹੀ। ਕੀ ਮੰਗ ਕਰਦੇ ਹੋ? ਮੰਗ ਜੀ ਇਹੀ ਹੈ ਵੀ ਇਹ ਹਾਲਾਤ ਥੋੜੇ ਸੁਧਾਰੇ ਜਾਣ। ਵੀ ਕਹਿਣ ਦਾ ਮਤਲਬ ਇਹ ਹੁਣ ਜੇ 7 ਵੱਜ ਗਏ, ਹੁਣ ਕੋਈ ਥੋੜਾ ਟਾਈਮ ਤਾਂ ਹੈ ਨਹੀਂ ਇਹ ਵੀ ਜੇ ਇਹੋ ਜਿਹੀਆਂ ਘਟਨਾ ਨੂੰ ਦੇਖ ਕੇ ਫਿਰ ਬੰਦੇ ਦਾ, ਆਮ ਬੰਦੇ ਦਾ ਕੀ ਬਣਦਾ ਇੱਥੇ। ਕਿੰਨਾ ਕੁ ਨੁਕਸਾਨ ਕੀਤਾ ਜੀ? 50,000 ਰੁਪਏ ਤੱਕ ਦਾ ਨੁਕਸਾਨ ਹੋਇਆ ਜੀ ਇਹ। ਸਾਰੀ ਇੱਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕੀ ਆ ਘਟਨਾ, ਸਾਰੀ ਮਾਮਲਾ ਕੀ ਹੈ ਜੀ, ਜਾਣਕਾਰੀ? ਹਾਂ, ਸਾਨੂੰ ਸੁਬਾਹ ਇੱਕ ਸੂਚਨਾ ਪ੍ਰਾਪਤ ਹੋਈ ਹੈ ਖਾਲਸਾ ਰੋਡ ਤੇ ਧਰਮਰਾਜ ਦੇ ਕੋਈ 4 ਜਿਨ੍ਹਾਂ ਦੇ ਵਿਅਕਤੀ ਜਿਨ੍ਹਾਂ ਦੇ ਮੂੰਹ ਬੰਨੇ ਸਨ ਵਰਨਾ ਕਾਰ ਤੇ ਆਏ ਆ ਤੇ ਉਹਨਾਂ ਨੇ ਲੁੱਟ ਖੋਹ ਕੀਤੀ ਹੈ 50,000 ਕਰੀਬ ਦੀ। ਜਲਦੀ ਤੋਂ ਜਲਦੀ ਸੀਸੀਟੀਵੀ ਤੋਂ ਮੁਲਜ਼ਮਾਂ ਦੀ ਪਛਾਣ ਕਰਕੇ ਪੇਸ਼ ਕੋਰਟ ਕਰਾਂਗੇ ਤੇ ਬਖਸ਼ੇ ਨਹੀਂ ਜਾਣਗੇ। ਕਿੰਨੇ ਕੁ ਵਜੇ ਦੀ ਘਟਨਾ ਹੈ ਇਹ? ਤੇ ਸਵੇਰ ਅਰਲੀ ਮਾਰਨਿੰਗ ਦੀ ਗੱਲ ਹੈ। ਤਰਨਤਾਰਨ ਪਾਵਰਕਮ ਦੇ ਉਪ ਮੰਡਲ ਫਤਿਆਬਾਦ ਵਿੱਚ ਤਾਇਨਾਤ ਇੱਕ ਮਹਿਲਾ ਮੁਲਾਜ਼ਮ ਦੀ ਖਪਤਕਾਰ ਕੋਲੋਂ ਪੈਸੇ ਮੰਗਣ ਦੀ ਆਡੀਓ ਵਾਇਰਲ ਹੋ ਰਹੀ ਹੈ ਤੇ ਇਸ ਆਡੀਓ ਵਿੱਚ ਉਕਤ ਮਹਿਲਾ ਕਲਰਕ ਖਪਤਕਾਰ ਕੋਲੋਂ ਨਵਾਂ ਮੀਟਰ ਲਗਾਉਣ ਦੀ ਫੀਸ ਸਮੇਤ 2500 ਰੁਪਏ ਦੀ ਮੰਗ ਕਰ ਰਹੀ ਹੈ। ਆਡੀਓ ਵਿੱਚ ਉਕਤ ਕਲਰਕ ਵੱਧ ਪੈਸੇ ਜੇਈ ਆਦਿ ਨੂੰ ਖਵਾਉਣ ਦਾ ਸਾਫ਼ ਕਹਿੰਦੀ ਹੈ ਤੇ ਸੁਣਾਈ ਦੇ ਰਹੀ ਹੈ। ਆਡੀਓ ਵਿੱਚ ਮਹਿਲਾ ਕਲਰਕ ਖਪਤਕਾਰ ਨੂੰ ਕਹਿ ਰਹੀ ਹੈ ਕਿ ਨਵਾਂ ਮੀਟਰ ਲਗਾਉਣ ਦੀ ਫੀਸ 1500 ਰੁਪਏ ਹੈ ਤੇ ਬਾਕੀ ਦੇ 1000 ਰੁਪਏ ਮੀਟਰ ਜਲਦੀ ਲਗਵਾਉਣ ਲਈ ਹੈ। ਜੇਈ ਨੂੰ ਦੇਣੇ ਬਾਰੇ ਉਹ ਕਹਿ ਰਹੀ ਹੈ। ਇਹ ਆਡੀਓ ਸੋਸ਼ਲ ਮੀਡੀਆ ਤੇ ਵੀ ਖੂਬ ਵਾਇਰਲ ਹੋ ਰਹੀ ਹੈ, ਜਿਸ ਨੂੰ ਸੁਣ ਕੇ ਲੋਕ ਭਗਵੰਤ ਮਾਨ ਸਰਕਾਰ ਦੇ ਵਾਅਦੇ ਭ੍ਰਿਸ਼ਟਾਚਾਰ ਮੁਤਾਬਕ ਪੰਜਾਬ ਤੇ ਵਿਅੰਗ ਕੱਸ ਰਹੇ ਹਨ। हेलो हेलो रानी। हाँ आ जाओ मैं फाइल दे दिनी आ जो मोहर ला के तुम ना ओदे को रिपोर्ट करा लो। की करना? नवदीप को रिपोर्ट करा लियो जे। नवदीप आया वा? नवदीप आना वा ने ते मैं ओनू आपे फाइल नवदीप नू तुम ही फड़ा दियो जे। तुहानू मैं साइन करवा के तुहाडे साइन करवा के ना ते ओनू मार्क करा के जई ने आना मेरे को ते फिर मैं की करना वा भी नवदीप नू तुम ही फड़ा दियो फाइल। ते तू हजे इत्थे बैंक उत्थे आ? मैं दफ्तर बैठी हां, आ जाओ। मेरी गल सुन रानी, जे मैं कल्ली आ जा ते कल्ली आ जा, फिर की आ पैसे ही देने आ? आहो कल्ली आ जा, कोई गल नहीं। ते किन्ना का खर्चा? ते ओन दस्सिया ते हैगा ही मैं। आहो 2000 ए ते उस तरह खर्चा किन्ना का लग जाऊगा? जिन्ने ओ करन पैसे लेने ने कि पैसा पूरा ते नहीं लेना? की बीबी एक मिनट होल्ड रख है। आ जाऊगा प्रजेंट भी आ जांदा पता नहीं किथे गया। तू ऐ कर मेरे को आ, मैं दस दिनी तेनू। चल ठीक है। हाँ, खर्चा जो भी होगा इन्हां नू दे दांगे ना, जियां जुइयां नू। वाह नहीं, मैं जाना है बैंक जाना, मैं ता पुछन दी भी किन्ना करानी, इत्थे खर्चा आ जाऊगा, मैं आप ही आ जानी है। तू ऐ कर सारा 2500 रुपया दे जा मैनू, मैं आपे कर लूंगी एडजस्ट। अच्छा, जे तेरा वादा होगा तो मैं तेनू वापस कर दूंगी।
ਤੇ ਜੇ ਲੱਗਦੇ ਉਹ ਤੈਨੂੰ ਮੈਂ ਦੱਸ ਦੂੰਗੀ ਵੀ ਲੱਗ ਗਏ ਆ ਸਾਰੇ। ਠੀਕ ਆ, 1500 ਸਿਕਿਉਰਿਟੀ ਆ ਤੇ ਮੀਟਰ ਮੈਂ ਅਪਲਾਈ ਜਦੋਂ ਅੱਜ ਹੋ ਗਿਆ ਨਾ ਤੇ ਤੁਹਾਨੂੰ ਮੈਂ ਮੀਟਰ ਉਹਨੂੰ ਭਗਵਾਨ ਅੰਕਲ ਨੂੰ ਜਾਂ ਕਿਸੇ ਨੂੰ ਦੇ ਕੇ ਪੈਸੇ ਛੇਤੀ ਮੰਗਵਾ ਲਾਂਗੇ ਮੀਟਰ ਵੀ। ਅੱਛਾ ਹਾਂ ਚੱਲ ਠੀਕ ਆ ਫਿਰ। ਉਹ ਤਾਂ ਤੇ ਮੈਂ ਵੱਧ ਲੈਣੇ ਨਾ ਖਰਚਾ ਤੇਰੇ ਕੋਲ ਵੀ, ਮੈਂ ਉਹਨਾਂ ਨੂੰ ਦੇ ਕੇ ਤੇ ਮੀਟਰ ਛੇਤੀ ਕਢਾ ਲਊਂਗੀ। ਜਈ ਨੂੰ ਖਵਾ ਦੂੰਗੀ ਪੈਸੇ ਵੀ ਮੀਟਰ ਛੇਤੀ ਕਢਾ ਲਓ। ਚੰਗੇ ਚੱਲ ਠੀਕ। ਆਹੋ 2500 ਦੇ ਦੀ ਮੈਨੂੰ। ਚੰਗਾ ਠੀਕ ਆ। ਹਾਂਜੀ ਸਰ, ਇੱਕ ਜਿਹੜੀ ਮਹਿਲਾ ਰਵਿੰਦਰ ਕੌਰ ਦੀ ਆਡੀਓ ਵਾਇਰਲ ਹੋ ਰਹੀ ਹੈ ਕਿ ਮੀਟਰ ਲਵਾਉਣ ਬਦਲੇ ਜਿਹੜਾ ਕਿ 1000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਹੈ। ਸਰ ਕੀ ਹੈ ਸਾਰਾ ਮਸਲਾ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ? ਇਹ ਮਸਲਾ ਇਹ ਆ ਵੀ ਸ਼੍ਰੀਮਤੀ ਸਵੇਤਾ ਜੀ ਹੈ, ਸ਼੍ਰੀ ਸਵੇਤਾ ਤੇਜਪਾਲ, ਉਹਨਾਂ ਨੇ ਇਸ ਦਫ਼ਤਰ ਵਿੱਚ ਮਿਤੀ 22/6/21 ਨੂੰ ਮੀਟਰ ਲਾਉਣ ਵਾਸਤੇ ਪੈਸੇ ਜਮ੍ਹਾਂ ਕਰਾਏ ਆ ਅਤੇ ਮਿਤੀ 22/7/21 ਨੂੰ ਉਹਨਾਂ ਦਾ ਮੀਟਰ ਲੱਗ ਗਿਆ। ਅਤੇ ਇਹ ਜੋ ਰਿਸ਼ਵਤ ਦੀ ਗੱਲਬਾਤ ਹੋਈ ਹੈ ਇਹ ਪਹਿਲਾਂ ਕਿਤੇ ਉਦੋਂ 21 'ਚ ਹੋਈ ਹੈ, ਉਹ ਨਵੀਂ ਨਹੀਂ ਹੈ। ਪਰ ਇਹਦੇ ਵਾਸਤੇ ਇਹਦੇ ਸੰਬੰਧ ਵਿੱਚ ਐਕਸ਼ਨ ਟੈਕਨੀਕਲ ਉਹ ਤਹਿਕੀਕਾਤ ਕਰ ਰਹੇ ਆ। ਜੋ ਵੀ ਸਿੱਟਾ ਹੋਊਗਾ ਉਹ ਉਹਦੇ ਆਧਾਰ 'ਤੇ ਕਾਰਵਾਈ ਕੀਤੀ ਜਾਊਗੀ ਅਤੇ ਕੋਈ ਭ੍ਰਿਸ਼ਟਾਚਾਰ ਜਿਹੜਾ ਕਰਮਚਾਰੀ ਆ ਨਾ ਉਹਨੂੰ ਬਖਸ਼ਿਆ ਨਹੀਂ ਜਾਊਗਾ। ਬਟਾਲੇ ਦੇ ਰਿਹਾਇਸ਼ੀ ਖੇਤਰ ਵਿੱਚ ਬੋਲੀ ਇੰਦਰਜੀਤ ਵਿੱਚ ਫੜਿਆ ਜੰਗਲੀ ਜੀਵ ਤੇ ਉੱਥੇ ਹੀ ਪੀਸੀਆਰ ਦੇ ਮੁਲਾਜ਼ਮਾਂ ਨੇ ਹਿੰਮਤ ਦਿਖਾਉਂਦੇ ਹੋਏ ਖਾਲੀ ਪਲਾਟ ਵਿੱਚ ਸਾਂਭਰ ਨੂੰ ਬੰਦ ਕਰ ਦਿੱਤਾ ਤੇ ਜੰਗਲਾਤ ਵਿਭਾਗ ਨੂੰ ਸੂਚਿਤ ਕਰ ਦਿੱਤਾ। 2 ਘੰਟੇ ਬਾਅਦ ਸਮਾਂ ਬੀਤਣ ਤੋਂ ਬਾਅਦ ਜੰਗਲਾਤ ਵਿਭਾਗ ਦੇ ਕਰਮਚਾਰੀ ਤਾਂ ਪਹੁੰਚੇ, ਪਰ ਰੈਸਕਿਊ ਕਰਨ ਦੀ ਬਜਾਏ ਖਾਲੀ ਪਲਾਟ ਦਾ ਦਰਵਾਜ਼ਾ ਖੋਲ੍ਹ ਦਿੱਤਾ ਤੇ ਸਾਂਭਰ ਫਰਾਰ ਹੋ ਗਿਆ ਤੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਇਹਨਾਂ ਦਾ ਤਾਂ ਫਰਜ਼ ਬਣਦਾ ਜੀ, ਉਹਨੂੰ ਕੋਈ ਜਾਲ ਜੂਲ ਪਾਉਂਦੇ, ਕੋਈ ਫੜ ਕੇ ਆਪਣੇ ਜਿੱਥੇ ਛੱਡਣਾ ਉਹਨਾਂ ਦਾ ਦਫ਼ਤਰ ਜੋ ਕੁਝ ਬਣਾ ਜੰਗਲਾਤ ਏਰੀਆ ਉਹਦੇ ਵਿੱਚ ਜਾ ਕੇ ਲੈ ਕੇ ਜਾਂਦੇ। ਇਹਨਾਂ ਆਏ ਨੇ ਆਉਂ ਸ਼ੁਰਲ ਕੀਤਾ, ਉਹ ਦੌੜ ਕੇ ਉੱਤੇ ਵੜ ਗਿਆ ਕਿਤੇ ਨਾ ਕਿਤੇ ਰਿਹਾਇਸ਼ੀ ਇਲਾਕਾ। ਤੇ ਜੇ ਕਿਸੇ ਦੇ ਅੰਦਰ ਚੱਲ ਜਾਏਗਾ ਕਿਸੇ ਦਾ ਜਾਨੀ ਮਾਲੀ ਨੁਕਸਾਨ ਵੀ ਕਰ ਸਕਦਾ। ਤੇ ਉਹ ਅੱਗੋਂ ਕਹੀ ਜਾਂਦੇ ਨੇ ਜੀ ਅਸੀਂ ਇੱਥੇ ਹੀ ਆ ਨਾ, ਸਾਰੀ ਰਾਤ ਥੋੜ੍ਹਾ ਇੱਥੇ ਬਹਿ ਰਹਿਣਾ ਤੇ ਅਸੀਂ ਆਉਣ ਨੂੰ ਜਾਣਾ ਤੇ ਇਹਨਾਂ ਨੇ ਵੀ ਆਉਣ ਨੂੰ ਚੱਲ ਜਾਣਾ। ਮੈਂ ਜੇ ਅਸੀਂ ਘਰ ਨੂੰ ਗਏ ਤੇ ਵੀ ਘਰ ਨੂੰ ਚੱਲ ਜਾਣੇ, ਜਿੰਨਾ ਚਿਰ ਅਸੀਂ ਖਲੋਤੇ ਉਹਨਾਂ ਚਿਰ ਇਹ ਖਲੋਤੇ ਦੇ ਨੇ। ਕੋਈ ਜਵਾਬ ਨਹੀਂ ਹੈਗਾ ਇਹਨਾਂ ਦਾ। ਨਾ ਕੋਈ ਟੀਮ ਆਈ ਨਾ ਕੋਈ ਟੀਮ ਆਈ ਦੀ, ਇੱਕੋ ਹੀ ਬੰਦਾ ਆਇਆ ਦਾ। ਮੈਨੂੰ ਤਾਂ ਲੱਗਦਾ ਉਹਨੇ ਵੀ ਕੋਈ ਖਾ ਪੀ ਕੇ ਆਇਆ ਲੱਗਦਾ ਜਿਹੜਾ ਕੋਈ। ਸਰ ਇੱਥੇ ਸਾਨੂੰ ਸ਼ਿਕਾਇਤ ਹੋਈ ਸੀ, ਅਜੇ ਹੁਣੇ ਹੀ ਅੱਧਾ ਘੰਟਾ ਪਹਿਲਾਂ ਦੀ ਗੱਲ ਹੈ ਤੇ ਕਹਿੰਦੇ ਸੀ ਕਿ ਸਾਂਭਰ ਹੈ। ਨਾਲ ਹੀ ਇੱਥੇ ਹਸਨੀ ਦਾ ਪੁੱਲ ਹੈ, ਇੱਥੇ ਜਿਹੜੇ ਆ ਨਾਲ ਹੀ ਥੋੜ੍ਹਾ ਜਿਹਾ ਫੋਰੈਸਟ ਏਰੀਆ ਆ ਜਿੱਥੇ ਸਾਂਭਰ ਆਲਰੇਡੀ ਜਿਹੜਾ ਆ ਆਪਣੇ ਹੈਬੀਟੈਟ 'ਚ ਰਹਿੰਦਾ ਹੈ। ਔਰ ਵੈਸੇ ਵੀ ਇਹ ਸਾਰਾ ਜਿਹੜਾ ਹੈਬੀਟੈਟ ਲਾਗੇ ਚਾਗੇ ਉੱਥੇ ਸਾਂਭਰ ਜਿਹੜੇ ਆ ਉਹ ਆਪਣਾ ਸਰਦੀਆਂ ਦੇ ਮੌਸਮ ਕਰਕੇ ਪਾਈ ਜਾਂਦੇ ਆ ਤੇ ਸਰਦੀਆਂ ਦੇ ਮੌਸਮ ਕਰਕੇ ਜਿਹੜੇ ਆ ਇੱਥੇ ਲਾਗੇ ਜੰਗਲ ਆਪਣੇ ਫਸਲਾਂ ਤੋਂ ਨਿਕਲ ਕੇ ਆਮ ਹੀ ਇੱਥੇ ਜਿਹੜੇ ਆ ਹਸਨੀ ਦੇ ਪੁੱਲ ਲਾਗੇ ਤੁਰੇ ਫਿਰਦੇ ਰਹਿੰਦੇ ਆ। ਇਸ ਲਈ ਸਾਨੂੰ ਇੱਥੇ ਸ਼ਿਕਾਇਤ ਆਈ, ਲਾਗੇ ਇਹਦਾ ਜੰਗਲ ਦਾ ਹੈਬੀਟੈਟ ਸੀ। ਅਸੀਂ ਇਹਨੂੰ ਆ ਕੇ ਮੌਕੇ ਤੇ ਦੇਖ ਕੇ ਮੌਕਾ ਇਹਨੂੰ ਰਿਲੀਜ਼ ਕਰ ਦਿੱਤਾ। ਤੇ ਜੇ ਕੋਈ ਇੱਥੇ ਮੰਨ ਲਓ ਬਾਈ ਪ੍ਰੋਬਲਮ ਆਉਂਦੀ ਹੈ ਜਿੱਦਾਂ ਇਹ ਕਹਿ ਰਹੇ ਨੇ, ਉਹ ਸਾਡੇ ਆਪਣੀ ਜ਼ਿੰਮੇਵਾਰੀ ਹੈ। ਅਸੀਂ ਇਹਨੂੰ ਨਾਲ ਹੀ ਇੱਥੇ ਆਪਾਂ ਖੜੇ ਹਾਂ, ਆਪਾਂ ਪੂਰਾ ਇੱਥੇ ਦੇਖ ਕੇ ਘੰਟਾ 2 ਘੰਟਾ ਰੁਕ ਕੇ ਕੋਈ ਪ੍ਰੋਬਲਮ ਨਾ ਆਏ, ਉਹ ਆਪਣੀ ਸੇਫ ਹੈਬੀਟੈਟ ਤੇ ਸੇਫਲੀ ਪਹੁੰਚੇ, ਅਸੀਂ ਪੂਰਾ ਕਰਕੇ ਤੇ ਫਿਰ ਹੀ ਅਸੀਂ ਇੱਥੋਂ ਜਾਵਾਂਗੇ। ਠੀਕ ਹੈ ਮੈਡਮ, ਥੈਂਕ ਯੂ। ਅਸੀਂ ਆਪਣੀ ਬੀਟ ਵਿੱਚ ਡਿਊਟੀ ਕਰ ਰਹੇ ਸੀ, ਇੱਧਰੋਂ ਕੁਛ ਬੰਦੇ 8-10 ਉਹਦੇ ਮਗਰ ਲੱਗੇ ਸੀ। ਸਾਮਰਨਾਥ ਦਾ ਜਾਨਵਰ ਸੀ, ਉਹ ਇੱਥੇ ਆ ਕੇ ਪਲਾਟ 'ਚ ਵੜ ਗਿਆ। ਪਲਾਟ 'ਚ ਵੜ ਕੇ ਆ ਕੇ ਬੈਠ ਗਿਆ। ਫਿਰ ਅਸੀਂ ਉਹਦੀ ਦੇਖਭਾਲ ਕੀਤੀ। ਵਨ ਵਿਭਾਗ ਦੇ ਉਹ ਜੰਗਲਾਤ ਮਹਿਕਮੇ ਦੇ ਰੇਂਜ ਅਫਸਰ ਆਏ, ਉਹਨਾਂ ਕੀ ਕੀਤਾ? ਉਹਨਾਂ ਅੱਗੇ ਬੂਹਾ ਖੋਲ੍ਹਿਆ ਤੇ ਭੱਜ ਗਿਆ। ਚਾਹੀਦਾ ਸੀ ਨਾ, ਮੈਂ ਫੜ ਕੇ ਖੜਨਾ, ਇੰਨੀ ਮਿਹਨਤ ਕੀਤੀ ਤੁਸੀਂ। ਚਲੋ ਜੀ, ਉਹ ਤੇ ਅਫਸਰਾਂ ਦੀ ਮਰਜ਼ੀ। ਨਹੀਂ ਮੈਂ ਚਾਹੀਦਾ ਸੀ। ਹਾਂਜੀ ਆ ਵੀ ਅਫਸਰਾਂ ਦੀ ਮਰਜ਼ੀ ਜੀ। ਓਕੇ। ਫਾਜ਼ਿਲਕਾ ਪੁਲਿਸ ਵੱਲੋਂ ਵੀਰਵਾਰ ਸ਼ਾਮ ਨੂੰ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਤੇ ਇਹ ਲੋਹੜੀ ਦਾ ਤਿਉਹਾਰ ਪੁਲਿਸ ਲਾਈਨ ਵਿੱਚ ਮਨਾਇਆ ਗਿਆ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਹੈ ਕਿ ਲੋਹੜੀ ਦਾ ਤਿਉਹਾਰ ਪੁਲਿਸ ਮੁਲਾਜ਼ਮਾਂ ਨਾਲ 1 ਦਿਨ ਪਹਿਲਾਂ ਹੀ ਮਨਾਇਆ ਜਾ ਰਿਹਾ ਹੈ, ਕਿਉਂਕਿ ਲੋਹੜੀ ਦੇ ਤਿਉਹਾਰ ਅਤੇ ਮਾਘੀ ਕਾਰਨ ਪੂਰੀ ਪੁਲਿਸ ਗਰਾਊਂਡ ਵਿੱਚ ਹੋਵੇਗੀ। ਸਾਰਾ ਜਿਹੜੇ ਪੁਲਿਸ ਮੁਲਾਜ਼ਮ ਸਾਰਿਆਂ ਨੂੰ ਰਿਪਰੈਜ਼ੈਂਟ ਕਰਦੇ, ਜਿਹੜੇ ਹਰ ਦਫ਼ਤਰ ਦੇ ਵਿੱਚੋਂ ਨੁਮਾਇੰਦਗੀ ਹੋਈ ਹੈ ਤੇ ਅਸੀਂ ਲੋਹੜੀ ਦਾ ਤਿਉਹਾਰ ਮਨਾ ਰਹੇ ਹਾਂ। ਇਸ ਦੇ ਦੌਰਾਨ ਸਾਰਿਆਂ ਨੇ ਫਿਰ ਤੋਂ ਅਸੀਂ ਰਲ ਮਿਲ ਕੇ ਜਿਹੜੇ ਪੁਰਾਣੀਆਂ ਜੋ ਵੀ ਅਚੀਵਮੈਂਟ ਸਾਡੀਆਂ ਡਰੱਗਸ ਨੂੰ ਰੋਕਣ ਵਾਸਤੇ, ਡਰੱਗ ਪੈਡਲਰ ਉਹਨਾਂ ਨੂੰ ਫੜਨ ਵਾਸਤੇ ਜੋ ਮਾਨਯੋਗ DGP ਸਾਹਿਬ ਦੇ ਕਹਿਣ ਅਨੁਸਾਰ ਮੁਹਿੰਮ ਚੱਲ ਰਹੀ ਹੈ, ਉਹ ਕਾਮਯਾਬੀਆਂ ਨੂੰ ਵੀ ਧਿਆਨ 'ਚ ਰੱਖਦੇ ਹੋਏ ਅੱਗੇ ਤੋਂ ਵੀ ਅਸੀਂ ਸਾਰਿਆਂ ਨੇ ਇੱਥੇ ਅੱਜ ਇਸ ਪਵਿੱਤਰ ਤਿਉਹਾਰ 'ਤੇ ਫਿਰ ਅਸੀਂ ਅਹਿਦ ਲਿਆ, ਸਹੁੰ ਖਾਧੀ ਹੈ
ਵੀ ਇਸ ਡਰੱਗਸ ਦੇ ਜਿਹੜੇ ਮਾੜੇ ਵਪਾਰ ਨੂੰ, ਮਾੜੇ ਧੰਦੇ ਨੂੰ, ਜੋ ਇਸ ਨੂੰ ਜੜ ਤੋਂ ਖਤਮ ਕਰਾਂਗੇ ਤੇ ਰਲ ਮਿਲ ਕੇ ਵੱਧ ਤੋਂ ਵੱਧ ਅਸੀਂ ਮਿਹਨਤ ਕਰਕੇ ਇਹਨਾਂ ਨੂੰ ਡਰੱਗਸ ਤੋਂ ਆਪਣੇ ਨੌਜਵਾਨ ਪੀੜ੍ਹੀ ਨੂੰ ਦੂਰ ਰੱਖਾਂਗੇ। ਉਹ ਸਾਡਾ ਪਾਰਟ ਹੈ ਜੀ। ਉਹ ਜੇ ਅਸੀਂ ਉਹਨਾਂ ਦਾ ਭਵਿੱਖ ਹੈ ਤਾਂ ਸਾਡਾ ਫਿਊਚਰ, ਉਹ ਵੀ ਸਾਡਾ ਫਿਊਚਰ ਹੈ ਜੀ। ਅਸੀਂ ਵੀ ਉਹਨਾਂ ਦਾ ਭਵਿੱਖ ਹੈ। ਉਹ ਸਾਨੂੰ ਆਪਦਾ ਭਵਿੱਖ ਸੋਚ ਕੇ ਸਾਨੂੰ ਵਾਗਡੋਰ ਸੰਭਾਲ ਕੇ ਗਏ ਸੀਗੇ ਜੀ, ਆਪਣੀ ਨੌਕਰੀਆਂ, ਇੰਨੀ ਲੰਬੀ ਨੌਕਰੀਆਂ ਕਰਕੇ, ਤੇ ਅਸੀਂ ਉਹਨਾਂ ਦੇ ਨਾਲ ਜਾ ਕੇ ਰਲਣਾ ਹੈ ਤੇ ਉਹ ਸਾਡਾ ਪਰਿਵਾਰ ਹੈ, ਉਹਨਾਂ ਨੂੰ ਵੀ ਅਸੀਂ ਹਮੇਸ਼ਾ ਨਾਲ ਹੀ ਰੱਖਣਾ। ਬਿਲਕੁਲ ਜੀ, ਬਿਲਕੁਲ ਉਹ ਸਾਡਾ ਹਿੱਸਾ ਹੀ ਹੈ, ਸਾਡਾ ਪਰਿਵਾਰ ਹੈ ਜੀ। ਅਸੀਂ ਹਮੇਸ਼ਾ ਹੀ ਇਕੱਠੇ ਆ ਤੇ ਅੱਗੇ ਤੋਂ ਵੀ ਇਕੱਠੇ ਰਹਾਂਗੇ। ਆ ਤੁਸੀਂ ਬਾਈਟ ਲੈ ਰਹੇ ਹੋ, ਮੈਂ ਅਦਰਵਾਈਜ਼ ਮੈਂ ਇਹੀ ਚਾਹੁੰਦਾ ਸੀਗਾ ਵੀ ਅੱਜ ਆਪਾਂ ਸਿਰਫ ਆਪਾਂ ਇਹਨੂੰ ਤਿਉਹਾਰ ਨੂੰ ਮਨਾਈਏ ਤੇ ਰਲ ਮਿਲ ਕੇ ਇਹਦੀ ਖੁਸ਼ੀ ਦੇ ਵਿੱਚ ਖੁਸ਼ੀ ਨੂੰ ਸਾਂਝਾ ਕਰੀਏ ਤੇ ਤੁਸੀਂ ਹੁਣ ਆਹ ਨਾਲ ਬਾਈਟ ਵੀ ਲੈ ਰਹੇ ਹੋ। ਰੁਪਾਜ ਸਾਵਧਾਨ ਰਹਿਣ। ਸਾਡੀ ਪੁਲਿਸ ਪੂਰੀ ਮੁਸਤੈਦ ਹੈ, ਸਾਡੀ ਪ੍ਰੋਪਰ ਡਿਊਟੀਜ਼ ਲੱਗੀਆਂ ਹੋਈਆਂ ਤੇ ਉਹ ਜਿਹੋ ਜਿਹੀ ਕੋਈ ਹਰਕਤ ਜੇ ਗਲਤ ਕਰਨਗੇ ਤਾਂ ਉਸ 'ਤੇ ਐਕਸ਼ਨ ਲਿਆ ਜਾਊਗਾ। ਤੇ ਮੇਰੀ ਇਹੀ ਅਪੀਲ ਹੈ ਵੀ ਇਸ ਤਿਉਹਾਰ ਨੂੰ ਖੁਸ਼ੀਆਂ ਭਰੇ ਹੀ ਰਹਿਣ ਦੇਣ, ਖੁਸ਼ੀਆਂ ਦੇ ਨਾਲ ਮਨਾਉਣ ਤਾਂ ਕਿ ਆਪਣੇ ਸਾਰਿਆਂ ਵਾਸਤੇ, ਆਪਣੇ ਵੱਡਿਆਂ ਵਾਸਤੇ, ਛੋਟਿਆਂ ਵਾਸਤੇ, ਸਭ ਵਾਸਤੇ ਤਿਉਹਾਰ ਖੁਸ਼ੀਆਂ ਵਾਲੇ ਨਾਲ ਜਿਹੜਾ ਆਪਣੀ ਸਿਹਤ ਰਵੇ, ਤੰਦਰੁਸਤੀ ਰਵੇ ਤੇ ਜਿਹੜਾ ਨਸ਼ੇ ਤੋਂ ਦੂਰ ਹੋਈਏ ਆਪਾਂ ਜੀ। ਤੇ ਇਹ ਇਸ ਦੇ ਨਾਲ ਜਿਹੜੀ ਇਹਦੀ ਜੜ੍ਹ ਹੈ ਨਸ਼ਿਆਂ ਦੀ, ਉਹਨੂੰ ਚੁੱਲ੍ਹੇ 'ਚ ਪਈਏ ਆਪਾਂ, ਉਸ ਨੂੰ ਅੱਗ ਲਾਈਏ ਨਸ਼ਿਆਂ ਨੂੰ। ਇਹ ਅੱਜ ਸਾਰਿਆਂ ਨੇ ਐਲਾਨ ਕੀਤਾ, ਸਾਰਿਆਂ ਨੇ ਇਸ ਸੰਬੰਧੀ ਸਾਡੀ ਜ਼ਿੰਮੇਵਾਰੀ ਦੇ ਨਾਲ ਅੱਗੇ ਤੋਂ ਹੋਰ ਵੀ ਸ਼ਿੱਦਤ ਦੇ ਨਾਲ ਇਸ ਸੰਬੰਧੀ ਅਸੀਂ ਕੰਮ ਕਰਾਂਗੇ ਕਿ ਨਸ਼ਿਆਂ ਤੋਂ ਦੂਰ ਰੱਖਾਂਗੇ ਨੌਜਵਾਨ। ਹੁਸ਼ਿਆਰਪੁਰ ਜਲੰਧਰ ਬਾਈਪਾਸ ਤੇ KFC ਕੋਲ ਦੋ ਮੋਟਰਸਾਈਕਲ ਸਵਾਰਾਂ ਨੇ ਪਿਸਤੌਲ ਦੀ ਨੋਕ ਤੇ ਗੱਡੀ ਚਾਲਕ ਨੂੰ ਨਿਸ਼ਾਨਾ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਗੱਡੀ ਸਮੇਤ 2.5-3 ਲੱਖ ਰੁਪਏ ਲੈ ਕੇ ਫਰਾਰ ਹੋ ਗਏ। ਇਸ ਮੌਕੇ ਆਰਪੀ ਸਿੰਘ ਨੇ ਦੱਸਿਆ ਕਿ ਉਹ ਸ਼ਾਹਪੁਰ ਤੋਂ ਹੁਸ਼ਿਆਰਪੁਰ ਕਲੈਕਸ਼ਨ ਕਰਨ ਆਉਂਦਾ ਹੈ, ਪਰ ਜਦੋਂ ਅੱਜ ਉਹ ਕਲੈਕਸ਼ਨ ਕਰਕੇ ਜਾ ਰਿਹਾ ਸੀ ਤਾਂ KFC ਨਜ਼ਦੀਕ ਦੋ ਅਣਪਛਾਤੇ ਵਿਅਕਤੀਆਂ ਨੇ ਬੰਦੂਕ ਦੀ ਨੋਕ ਤੇ ਉਸ ਕੋਲੋਂ 2.5-3 ਲੱਖ ਰੁਪਏ ਲੈ ਕੇ ਫਰਾਰ ਹੋ ਗਏ ਤੇ ਨਾਲ ਉਸ ਦੀ ਗੱਡੀ ਵੀ ਖੋਹ ਕੇ ਲੈ ਗਏ। ਕੀ ਹੋਇਆ ਤੁਹਾਡੇ ਨਾਲ? ਕੀ ਇਹ ਮੈਂ ਇੱਥੇ ਕਲੈਕਸ਼ਨ ਕਰਨ ਆਇਆ ਸੀ। ਕਿੱਥੋਂ ਆਉਂਦੇ ਜੀ? ਸ਼ਾਹਕੋਟ ਤੋਂ ਆਉਂਦੇ ਜੀ। ਕਾਹਦੀ ਕਲੈਕਸ਼ਨ ਕਰਨ ਆਉਂਦੇ? ਇਹ ਆਪਣੇ ਹਾਰਡਵੇਅਰ ਦਾ ਕੰਮ ਹੈ ਜੀ, ਹੋਲਸੇਲ ਦਾ। ਤੇ ਇੱਥੇ ਆਪਣੇ 15 ਦਿਨੀ ਟੂਰ ਹੁੰਦਾ ਵਾ, ਕਲੈਕਸ਼ਨ ਕਰਨ ਆਉਂਦੇ ਆ ਜੀ। ਕੀ ਹੋਇਆ ਤੁਹਾਡੇ ਨਾਲ ਇੱਥੇ? ਕੀ ਗੱਲ? ਇਹ ਮੈਂ ਕਲੈਕਸ਼ਨ ਕਰਕੇ ਸਾਰੇ ਤੇ ਮੈਂ ਫ੍ਰੀ ਹੋ ਗਿਆ ਇੱਥੇ ਆਪਣੇ KFC ਦੇ ਕੋਲ ਰੋਟੀ ਖਾਣ ਲੱਗਿਆ ਸੀਗਾ। ਹਲੇ ਇੱਕ ਰੋਟੀ ਖਾਧੀ ਸੀਗੀ, ਦੂਜੀ ਤੇ ਹਮਲਾਵਰ ਆ ਕੇ ਦੋ ਤੇ ਉਹਨਾਂ ਨੇ ਮੇਰੇ ਦਾਤ ਦੂਤ ਮਾਰਿਆ ਤੇ ਦਾਤ ਮਾਰਨ ਤੋਂ ਬਾਅਦ ਫਿਰ ਉਹਨਾਂ ਨੇ ਗੱਡੀ 'ਚ ਬਹਿ ਗਏ, ਮੈਨੂੰ ਗੱਡੀ ਦਾ ਸਲੇਟ ਦਿੱਤਾ, ਫਿਰ ਉਹਨਾਂ ਨੇ ਗੱਡੀ ਭਜਾ ਕੇ ਲੈ ਗਏ ਜੀ। ਗੱਡੀ 'ਚ ਬੈਠੇ ਸੀਗੇ? ਹਾਂਜੀ, ਗੱਡੀ 'ਚ ਮੈਂ ਬੈਠਾ ਸੀਗਾ ਜੀ, ਕਿੰਨੇ ਰੋਟੀ ਖਾਂਦਾ ਪਿਆ ਸੀਗਾ। ਕਿੰਨੇ ਜਣੇ ਸੀ? ਉਹ 2 ਜਾਣੇ ਸੀਗੇ ਜੀ। ਇੱਕ ਨਾਲ ਤਾਂ ਮੈਂ ਹੱਥੋਂ ਪਾਈ ਹੋ ਗਿਆ ਸੀਗਾ ਜੀ, ਇੱਕ ਨੂੰ ਤਾਂ ਮੈਂ ਫੜ ਲਿਆ ਸੀਗਾ। ਜਦੋਂ ਦੂਜਾ ਆਇਆ ਜੀ, ਉਹਨੇ ਮੇਰੇ ਆਹ ਚੀਜ਼ ਤੇ ਛਾਤੀ ਤੇ ਮੇਰੇ ਪਤਾ ਨਹੀਂ ਕੀ ਚੀਜ਼ ਮਾਰੀ ਤੇ ਬਹੁਤ ਦਰਦ ਕਰਦੀ ਹਲੇ ਵੀ, ਤੇ ਮੈਂ ਉੱਥੇ ਹੀ ਉਹਨੂੰ ਛੱਡ ਦਿੱਤਾ। ਇੱਕ ਨੂੰ ਉਹਨੇ ਫਿਰ ਗੱਡੀ ਦੇ ਵਿੱਚ ਬਹਿ ਕੇ ਤੇ ਦੂਆ ਮੋਟਰਸਾਈਕਲ ਤੇ ਸੀਗਾ, ਦਵਾ ਦਵ ਖਿੱਚ ਕੇ ਲੈ ਗਿਆ ਜੀ। ਗੱਡੀ ਕਿੰਨੇ ਪੈਸੇ ਸੀ ਤੁਹਾਡੇ ਕੋਲ? ਮੇਰੇ ਕੋਲ ਹੈਗੇ ਸੀ 3.5 ਲੱਖ ਰੁਪਏ ਜੀ। ਇਹ ਹਰਪ੍ਰੀਤ ਸਿੰਘ ਆ, ਸ਼ਾਹਕੋਟ ਤੋਂ ਬਿਲੋਂਗ ਕਰਦਾ। ਇਹ ਆਪਣੀ ਰੂਟੀਨ 'ਚ 15 ਕੁ ਦਿਨਾਂ ਬਾਅਦ ਕਲੈਕਸ਼ਨ ਕਰਦਾ ਹੁੰਦਾ, ਜਿਹੜਾ ਸਮਾਨ ਇੱਥੇ 5-6 ਦੁਕਾਨਾਂ ਦੇ ਉੱਤੇ ਸਮਾਨ ਆਪਣਾ ਦਿੰਦਾ। ਇਹਨਾਂ ਦਾ ਆਉਂਦਾ ਸਮਾਨ। ਅੱਜ ਇਹ ਕਲੈਕਸ਼ਨ ਕਰਕੇ ਵਾਪਸ ਜਾ ਰਿਹਾ ਸੀ ਤੇ ਇੱਥੇ ਆ KFC ਚੌਂਕ ਦੇ ਲਾਗੇ ਕੋਈ 2 ਅਣਪਛਾਤੇ ਨੌਜਵਾਨ ਸੀ, ਜਿਨ੍ਹਾਂ ਹੈਲਮਟ ਲਾਇਆ ਹੋਏ, ਮੂੰਹ ਢੱਕੇ ਸੀ, ਤੇ ਇਹਦੇ ਤੇ ਲੜਾਈ ਝਗੜਾ ਕਰਕੇ ਇਹਦੇ ਥੋੜੀ ਜੀ ਸੱਟ ਮਾਰ ਕੇ ਤੇ ਇਹਦੇ ਤੋਂ ਉਹ ਕਲੈਕਸ਼ਨ ਕੀਤੀ ਹੋਈ ਮਨੀ ਖੋਹ ਕੇ ਲੈ ਗਏ ਤੇ ਇਹਦੀ ਵੈਨ ਵੀ ਖੋਹ ਕੇ ਲੈ ਗਏ ਸੀ। ਇਹਨੂੰ ਇੱਥੇ ਸਿੱਟ ਗਏ ਸੀ ਤੇ ਪੁਲਿਸ ਦੀ ਮੁਸਤੈਦੀ ਨਾਲ ਭਾਈ ਨੱਠ ਕਰਕੇ ਅਸੀਂ ਵੈਨ ਤਾਂ ਰਿਕਵਰ ਕਰ ਲਈ ਆ। ਸਾਨੂੰ ਵੈਨ ਤਾਂ ਥੋੜੀ ਦੂਰ ਤੋਂ ਮਿਲ ਗਈ ਆ, ਬਾਕੀ ਕੇਸ ਰਜਿਸਟਰਡ ਕਰਕੇ ਫਰਦਰ ਇਨਵੈਸਟੀਗੇਸ਼ਨ ਕਰਕੇ। ਇੱਕ ਪਾਸੇ ਜਿੱਥੇ ਸਰਕਾਰੀ ਵਿਭਾਗਾਂ ਵਿੱਚ ਕਰੋੜਾਂ ਰੁਪਏ ਦੇ ਘਪਲੇ ਅਤੇ ਕਰੋੜਾਂ ਰੁਪਏ ਦੇ ਖਰਚ ਨਿੱਜੀ ਐਸ਼ੋ ਆਰਾਮ ਲਈ ਕੀਤੇ ਹੋਣ ਦੇ ਚਰਚੇ ਸਾਹਮਣੇ ਆ ਰਹੇ ਹਨ, ਉੱਥੇ ਦੂਜੇ ਪਾਸੇ ਸਰਕਾਰੀ ਦੇ ਕਈ ਵਿਭਾਗ ਬਿਜਲੀ ਬਿੱਲ ਭਰਨ ਤੋਂ ਵੀ ਅਸਮਰਥ ਹਨ। ਅਜਿਹਾ ਹੀ ਮਾਮਲਾ ਗੜਸ਼ੰਕਰ ਸ਼ਹਿਰ ਦਾ ਹੈ, ਜਿੱਥੇ ਤਹਿਸੀਲ ਕੰਪਲੈਕਸ ਗੜਸ਼ੰਕਰ ਵਿੱਚ ਚੱਲ ਰਿਹਾ ਪਟਵਾਰ ਵਰਕ ਸਟੇਸ਼ਨ ਪਿਛਲੇ 3 ਮਹੀਨਿਆਂ ਤੋਂ ਬਿਜਲੀ ਕਲੈਕਸ਼ਨ ਕਰਕੇ ਕੱਟਿਆ ਹੋਣ ਕਾਰਨ ਹਨੇਰੇ ਦਾ ਸਾਹਮਣਾ ਕਰ ਰਿਹਾ ਹੈ। ਪਟਵਾਰ ਵਰਕ ਸਟੇਸ਼ਨ ਗੜਸ਼ੰਕਰ ਹੈ, ਇੱਥੇ ਲਗਭਗ 3 ਮਹੀਨਿਆਂ ਤੋਂ ਲਾਈਟ ਹੈ ਨਹੀਂ ਤੇ ਪਤਾ ਲੱਗਾ ਕਿ ਬਿਜਲੀ ਦੇ ਬਿੱਲ ਨਾ ਤਾਰਨ ਕਰਕੇ PLRS ਵੱਲੋਂ ਤੇ ਮਤਲਬ ਬਿਜਲੀ ਬੋਰਡ ਨੇ ਇਹੋ ਜਿਹੀ ਲਾਈਟ ਕੱਟ ਦਿੱਤੀ ਆ। ਅਸੀਂ ਅਫਸਰਾਂ ਨੂੰ ਬਹੁਤ ਵਾਰੀ ਬੇਨਤੀ ਕਰ ਚੁੱਕੇ ਹਾਂ ਕਿ ਲਾਈਟ ਲਗਾਈ ਆ। ਲਾਈਟ ਤੋਂ ਬਗੈਰ ਬਹੁਤ ਔਖਾ, ਕਿਉਂਕਿ ਦੇਖਣਾ ਸੁਣਨਾ ਪੜ੍ਹਨਾ ਬੜਾ ਔਖਾ ਆ। ਹੁਣ ਅਸੀਂ ਜਿਹੜੇ ਆ ਇਸੇ ਕਰਕੇ ਸਾਡੇ ਟੇਬਲ ਦੀ ਜਿਹੜੀ ਡਾਇਰੈਕਸ਼ਨ ਆ, ਅਸੀਂ ਆ ਵਿੰਡੋ ਵੱਲ ਨੂੰ ਕੀਤੀ ਆ
ਅੱਜ ਤਾਂ ਫੇਰ ਥੋੜਾ ਜਿਹਾ ਲਵਾਲਾ ਜਿਹਾ ਹੈਗਾ। ਜਦੋਂ ਧੁੰਦ ਹੁੰਦੀ ਆ, ਧੁੰਦ ਦੇ ਵਿੱਚ ਪੜ੍ਹਨਾ ਬੜਾ ਔਖਾ, ਕਈ ਵਾਰੀ ਤਾਂ ਸਾਇਲਾਂ ਦੇ ਮੋਬਾਈਲ ਲੈ ਕੇ ਜਗਾ ਕੇ ਦੇਖਣਾ ਪੈਂਦਾ, ਕਿਉਂਕਿ ਜਿਹੜਾ ਕੰਮ ਬੜਾ ਬਰੀਕੀ ਦਾ ਕੰਮ ਹੈ, ਪਰਿਵਾਰ ਦਾ ਕੰਮ ਆ। ਲੱਖੇ ਪੜ੍ਹ ਨਹੀਂ ਹੁੰਦੇ, ਕਈ ਕਾਗਜ਼ ਨਹੀਂ ਪੜ੍ਹ ਹੁੰਦੇ। ਸਾਡੀ ਸਰਕਾਰ ਨੂੰ ਪੁਰਜੋਰੇ ਹੋਈ ਮੰਗ ਆ ਕਿ ਜਲਦੀ ਤੋਂ ਜਲਦੀ ਇਹ ਲਾਈਟ ਲਵਾਈ ਜਾਵੇ। ਮੈਂ ਜਗੀਰ ਸਿੰਘ ਕਾਨੂੰਗੋ, ਤਹਿਸੀਲ ਦਫ਼ਤਰ ਗੜਸ਼ੰਕਰ। ਸਾਡੇ ਪਟਵਾਰ ਭਵਨ ਦੇ ਵਿੱਚ ਲਗਭਗ 3 ਮਹੀਨੇ ਤੋਂ ਬਿਜਲੀ ਦਾ ਕਨੈਕਸ਼ਨ ਕੱਟਿਆ ਹੋਇਆ। ਬਾਰ-ਬਾਰ ਅਸੀਂ ਆਪਣੇ ਅਫਸਰਾਂ ਨੂੰ, ਮਹਿਕਮੇ ਨੂੰ ਇਤਲਾਹ ਕਰ ਰਹੇ ਹਾਂ ਕਿ ਇੱਥੇ ਸਾਨੂੰ ਬੜੀ ਪ੍ਰੋਬਲਮ, ਬਿਜਲੀ ਤੋਂ ਬਿਨਾਂ ਬੜੀ ਪ੍ਰੋਬਲਮ ਆ ਰਹੀ ਆ। ਦੇਖਣ ਦੇ ਵਿੱਚ ਜਿੱਥੇ ਸਾਨੂੰ ਪ੍ਰੋਬਲਮ ਹੁੰਦੀ, ਉੱਥੇ ਆਮ ਪਬਲਿਕ ਨੂੰ ਵੀ ਪ੍ਰੋਬਲਮ ਆ ਰਹੀ ਆ। ਇਸ ਲਈ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਹਾਂ ਇਸ ਚੈਨਲ ਦੇ ਰਾਹੀਂ ਕਿ ਜਿਹੜੀ ਹੈਗੇ ਸਾਡੇ ਵਰਕ ਸਟੇਸ਼ਨ ਦੀ ਬਿਜਲੀ ਚਾਲੂ ਕੀਤੀ ਜਾਵੇ, ਜੋ ਕਿ ਪਿਛਲੇ ਲਗਭਗ 3 ਮਹੀਨੇ ਤੋਂ ਬੰਦ ਆ। ਬਿਜਲੀ ਦਾ ਬਿੱਲ ਪੈਂਡਿੰਗ ਪਿਆ। ਪਿਛਲੀ ਸਰਕਾਰ ਜਿਹੜੀ 5 ਸਾਲ ਬੀਤ ਕੇ ਗਏ ਆ, ਉਹਨਾਂ ਨੇ ਵਾਜਬ ਨਹੀਂ ਸਮਝਿਆ ਕਿ ਬਿਜਲੀ ਦਾ ਬਿੱਲ ਪੇ ਕੀਤਾ ਜਾਵੇ। ਇਹਦੇ ਬਾਰੇ ਮੇਰੀ ਅੱਜ ਹੀ ਜਿਹੜੀ ਡੀਸੀ ਸਾਹਿਬ ਨਾਲ ਗੱਲ ਹੋਈ ਹੈ ਔਰ ਉਹਦੇ ਬਣਦੇ ਬਕਾਇਆ ਜਿਹੜੇ ਆ, ਮੈਂ ਉਹਨੂੰ ਕਿਹਾ ਕਿ ਤੁਰੰਤ ਵਿਭਾਗ ਜਿਹੜਾ ਆ ਉਹ ਬਿਜਲੀ ਡਿਪਾਰਟਮੈਂਟ ਨੂੰ ਜਮ੍ਹਾਂ ਕਰਾਵੇ, ਉਹਦੇ ਜਿਹੜੇ ਕਨੈਕਸ਼ਨ ਉਹ ਜੁੜੇ। ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਮਾਂ ਬੋਲੀ ਨੂੰ ਸੂਬੇ ਅੰਦਰ ਪਹਿਲੀ ਭਾਸ਼ਾ ਵਜੋਂ ਪ੍ਰਮੋਟ ਕਰ ਰਹੀ ਹੈ, ਉੱਥੇ ਪੰਜਾਬੀ ਭਾਸ਼ਾ ਨੂੰ ਲਾਗੂ ਕਰਵਾਉਣ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਪੰਡਿਤ ਰਾਓ ਧਰੇਨਵਰ ਨੇ ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਵਿਖੇ ਦੁਕਾਨਦਾਰਾਂ ਨੂੰ ਜਾਗਰੂਕ ਕੀਤਾ। ਸਰਹੰਦ ਦੇ ਬਾਜ਼ਾਰਾਂ ਵਿੱਚ ਪੰਡਿਤ ਰਾਓ ਨੇ ਦੁਕਾਨਦਾਰਾਂ ਦੇ ਨਾਮ ਪੰਜਾਬੀ ਚ ਲਿਖਣ ਦੀ ਅਪੀਲ ਕੀਤੀ। ਪੰਡਿਤ ਰਾਓ ਨੇ ਕਿਹਾ ਕਿ ਸਾਰੇ ਦੁਕਾਨਦਾਰ ਪਹਿਲਾਂ ਪੰਜਾਬੀ ਵਿੱਚ ਆਪਣੀਆਂ ਦੁਕਾਨਾਂ ਦੇ ਨਾਮ ਲਿਖਣ। ਜਿਸ ਤਰ੍ਹਾਂ ਪੰਜਾਬ सरकार उपराले कर रही है, उसी तरह लोगों को भी जागरूक करना चाहिए है। जी, मेरा नाम पंडित राव धरनेवर है जी। मैं चंडीगढ़ तो आया महाराज। माननीय मुख्यमंत्री श्री भगवंत सिंह साहब ने किया है 21 फरवरी तो पहला पंजाब के हर दुकान के नाम सब तो उपर पंजाबी च लिखाने किए हैं। इसलिए मैं हर शहर के जाके लोगों को, दुकानदारों को हाथ जोड़ के बेनती करता है कि पंजाबी सब तो उपर लिखा जाए। इसलिए मैं श्री फतेहगढ़ साहब आके बेनती कर रहे। बिल्कुल चंडीगढ़ पंजाब के राजधानी है। पंजाब के 22 पिंडा नूं उजाड़ के वसिया गया, उत्थे पंजाबी लिखाउण दी लोड़ है। उत्थे भी हर थां ते लिखाउण लई मैं कोशिश कर रहा जी। चंडीगढ़ प्रशासन नूं भी खत लिख के मैं बेनती की है, जरूर लिखाएंगे। देखो, पंजाब के लोग जेकर पंजाब की रोटी खाते हैं, पंजाब की पानी पींदे, इसलिए पंजाबी च लिखाना बहुत लाजमी है, लिखाउण की लोड़ है। मैनूं पूरा आस तो उम्मीद है पंजाबी लोग बहुत समझदार ने, बुद्धिजीवी ने, लिखाउण की जरूर। जी, इस तो पहला किहड़े-किहड़े शहर च गए तुसीं? जी, मैं पटियाला, श्री साहिबजादा अजीत सिंह नगर, मोगा ते लुधियाना के नेड़े समराला। सारे महाराज पंजाबी लोग बहुत कमाल दे ने, बहुत समझदार ने, बुद्धिजीवी ने, मैं बहुत सम्मान करता है। उन्होंने मेरा बोर्ड दे के मेरे सर ते जड़े पंजाबी भाषा इस 35 अखर नूं देख के कुछ लोगों ने उन्होंने अखा विच मैं हंझू भी देखा, क्योंकि वो देखते हैं मैं कर्नाटक तो हाँ, कर्नाटक तो आके पंजाबी या 35 उन्होंने माँ बोली में सर ते रख के घूमता है। लोग बहुत प्रभावित। मैं GRD स्वीट्स, गुरु रामदास स्वीट्स सरहंद तो ਤੇ ਪੰਡਿਤ ਜੀ ਦਾ ਆਪਾਂ ਦੇਖਿਆ, ਪੰਡਿਤ ਜੀ ਦਾ ਪਹਿਲਾਂ ਵੀ ਪ੍ਰਚਾਰ ਬਹੁਤ ਆ ਪੰਜਾਬੀ ਬਾਰੇ। ਆਪਾਂ ਅੱਗੇ ਵੀ ਪੰਡਿਤ ਜੀ ਦਾ ਸਾਥ ਦੇਵਾਂਗੇ। ਆਪਾਂ ਨੇ ਹੁਣ ਪੰਜਾਬੀ 'ਚ ਕਰ ਦੇਣਾ ਸਾਰਾ ਕੰਮ ਆਪਣਾ। ਆਪਾਂ ਨੇ ਸਭ ਤੋਂ ਉੱਪਰ ਨਹੀਂ ਲਿਖਣੀ, ਆਪਾਂ ਨੇ ਇਕੱਲੀ ਪੰਜਾਬੀ ਹੀ ਲਿਖਣੀ ਆ। बलजीत सिंह भुट्टा साबका चेयरमैन जिला परिषद श्री फतेहगढ़ साहब के जिले की सीनियर लीडरशिप की अगवाई में गुरु रामदास होटल में इलाके की संगत की भरवीं मीटिंग हुई। इस मीटिंग में सर्बसम्मति नाल फैसला लिया गया कि बंदी सिंघां की रिहाई लई, श्री गुरु ग्रंथ साहिब जी की बेअदबी के इंसाफ लई, 328 लापता ਸਰੂਪਾਂ के इंसाफ लई, कोटकपुरा ते बैबल कला गोलीकांड के इंसाफ लैण लई चंडीगढ़ दियां बरूहां ते चल के कौमी इंसाफ मोर्चे का समर्थन देने का सर्बसम्मति नाल फैसला लिया गया है। ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸਮੁੱਚੀ ਸੰਗਤ ਨੇ ਇੱਕ ਵੱਡੀ ਭਰਵੀਂ ਮੀਟਿੰਗ ਇੱਥੇ ਫਤਿਹਗੜ੍ਹ ਸਾਹਿਬ ਵਿਖੇ ਕੀਤੀ ਹੈ ਔਰ ਜਿਹਦੇ ਵਿੱਚ ਜੋ ਇੱਕ ਕੌਮੀ ਇਨਸਾਫ ਮੋਰਚਾ ਜੋ ਮੋਹਾਲੀ ਦੇ ਵਿੱਚ ਸਮੁੱਚੀ ਸੰਗਤ ਵੱਲੋਂ ਜਿਹੜਾ ਉੱਥੇ ਬੰਦੀ ਸਿੰਘਾਂ ਦੀ ਰਿਹਾਈ ਲਈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਜੋ ਬੇਅਦਬੀ ਉਹਦੇ ਇਨਸਾਫ ਲਈ ਔਰ 328 ਸਰੂਪ ਜੋ ਲਾਪਤਾ ਨੇ ਉਹਨਾਂ ਦੇ ਇਨਸਾਫ ਲਈ ਔਰ ਜੋ ਬਰਗਾੜੀ ਕਾਂਡ ਤੇ ਬਹਿਬਲ ਕਲਾਂ ਦਾ ਗੋਲੀ ਕਾਂਡ ਹੋਇਆ ਉਹਦੇ ਇਨਸਾਫ ਲਈ ਜੋ ਮੋਰਚਾ ਲਾਇਆ ਗਿਆ, ਉਹਦੇ ਵਿੱਚ ਜਾਣ ਲਈ ਉਹਨਾਂ ਦੇ ਉੱਥੇ ਕੀ ਪ੍ਰਬੰਧ ਕਿਵੇਂ ਦੇ ਹੋਣੇ ਚਾਹੀਦੇ ਉਹਦੇ ਬਾਰੇ ਅਸੀਂ ਵਿਚਾਰ ਚਰਚਾ ਕੀਤੀ ਹੈ ਔਰ ਸਮੁੱਚੀ ਸੰਗਤ ਨੇ ਫੈਸਲਾ ਲਿਆ
ਵੀ ਅਸੀਂ 16 ਤਰੀਕ ਨੂੰ ਸਵੇਰੇ 10:30 ਵਜੇ ਜੋਤੀ ਸਰੂਪ ਸ਼੍ਰੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਇਕੱਤਰ ਹੋ ਕੇ ਸਾਰੀ ਸੰਗਤ ਇੱਥੋਂ ਵੱਡਾ ਕਾਫਲਾ ਬਣਾ ਕੇ ਕਾਲੀਆਂ ਝੰਡੀਆਂ ਲਾ ਕੇ ਔਰ ਪੀਲੀਆਂ ਦਸਤਾਰਾਂ ਸਜਾ ਕੇ ਅਸੀਂ ਉਸ ਰੋਸਮਈ ਧਰਨੇ ਦੇ ਵਿੱਚ ਸ਼ਾਮਲ ਹੋਵਾਂਗੇ। ਔਰ ਜਿਹੜੇ ਵੀ ਉੱਥੇ ਪ੍ਰਬੰਧ ਜਿੰਨੇ ਵੀ, ਚਾਹੇ ਕੋਈ ਲੰਗਰਾਂ ਦੀ ਸੇਵਾ, ਚਾਹੇ ਕਿਸੇ ਹੋਰ ਕਿਸਮ ਦੀ ਸੇਵਾ, ਉਹਦੇ ਲਈ ਵੀ ਸਾਰੀ ਸੰਗਤ ਨੇ ਫੈਸਲਾ ਲਿਆ ਵੀ ਉਹਦੀ ਸੇਵਾ ਦੇ ਵਿੱਚ ਅਸੀਂ ਯੋਗਦਾਨ ਪਾਵਾਂਗੇ, ਤਾਂ ਕਿ ਜਿਹੜੇ ਲੰਮੇ ਸਮੇਂ ਤੋਂ ਆਪਣੀਆਂ ਸਜ਼ਾਵਾਂ ਪੂਰੀਆਂ ਕਰਕੇ ਜਿਹੜੇ ਕੈਦੀ ਬਣਾ ਕੇ ਸਰਕਾਰਾਂ ਨੇ ਜੇਲ੍ਹਾਂ ਦੇ ਵਿੱਚ ਰੱਖੇ ਹੋਏ ਨੇ ਸਿੰਘ, ਉਹ ਜਿਹੜੇ ਰਿਹਾ ਹੋ ਸਕਣ, ਉਹਦੇ ਲਈ ਪੂਰਾ ਜ਼ੋਰ ਦੇ ਨਾਲ ਅਸੀਂ ਜਿਹੜਾ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਜਿਹੜਾ ਪਾਵਾਂਗੇ। ਚੇਅਰਮੈਨ ਸਾਹਿਬ, ਇਹ ਕੋਈ ਮਤਲਬ ਕਿ ਪਾਰਟੀ ਵੱਲੋਂ ਕਰਕੇ ਕਰਨ ਜਾ ਰਹੇ ਹੋ ਕਿ ਤੁਸੀਂ ਕਿ ਮਤਲਬ ਕਿ ਸੰਗਤ ਵੱਲੋਂ? ਨਹੀਂ, ਇਹ ਅਸੀਂ ਕੋਈ ਇਹਦੇ ਵਿੱਚ ਪਾਰਟੀਬਾਜ਼ੀ ਨਹੀਂ ਰੱਖੀ, ਕਿਸੇ ਵੀ ਪਾਰਟੀਬਾਜ਼ੀ ਦਾ ਕੋਈ ਇਹਦੇ ਵਿੱਚ ਸਵਾਲ ਨਹੀਂ। ਇਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਜਿਹੜੇ ਇਨਸਾਫ ਪਸੰਦ ਲੋਕ ਨੇ, ਜਿਹੜੇ ਸ਼ਾਂਤੀ ਚਾਹੁੰਦੇ ਨੇ, ਜਿਹੜੇ ਇਨਸਾਫ ਚਾਹੁੰਦੇ ਨੇ, ਉਹ ਸਾਰੀ ਸੰਗਤ ਦੇ ਵਿੱਚ ਆਪਣਾ ਆ ਸਕਦੀ ਹੈ। ਕੋਈ ਪਾਰਟੀਬਾਜ਼ੀ, ਕੋਈ ਨਿੱਜੀ ਕਿਸੇ ਦਾ ਪ੍ਰੋਗਰਾਮ ਨਹੀਂ, ਇਹ ਸਾਰੀ ਸੰਗਤ ਦਾ ਜਿਹੜਾ ਫੈਸਲਾ ਲੈ ਕੇ ਅਸੀਂ ਉੱਥੇ ਜਿਹੜਾ ਸੰਗਤ ਵੱਲੋਂ ਜਾਣਾ। ਨਗਰ ਨਿਗਮ ਦੇ ਮੇਅਰ ਸੁਰਿੰਦਰ ਸ਼ਿੰਦਾ ਦੇ ਡਰਾਈਵਰ ਕੋਲੋਂ ਮੇਅਰ ਦੇ ਗਨਮੈਨ ਦੇ ਅਸਲੇ ਨਾਲ ਹੀ ਇੱਕ ਲੜਕੀ ਦੇ ਘਰ ਵਿੱਚ ਦਾਖਲ ਹੋ ਕੇ ਉਸ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਤੇ ਬਾਅਦ ਵਿੱਚ ਖੁਦ ਨੂੰ ਗੋਲੀ ਮਾਰ ਲਈ ਸੀ, ਜਿਸ ਦੀ ਕਿ ਇਲਾਜ ਦੌਰਾਨ ਮੌਤ ਹੋ ਗਈ। ਇਸ ਮਾਮਲੇ ਦੀ ਕਾਰਗੁਜ਼ਾਰੀ ਤੋਂ ਅਸੰਤੁਸ਼ਟ ਮ੍ਰਿਤਕ ਲੜਕੀ ਦੇ ਪਰਿਵਾਰ ਵੱਲੋਂ ਅਜੇ ਤੱਕ ਲੜਕੀ ਦਾ ਸੰਸਕਾਰ ਨਹੀਂ ਕੀਤਾ ਗਿਆ। ਲੜਕੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਮੇਅਰ ਦੇ ਗਨਮੈਨ ਵਿਰੁੱਧ ਬਣਦੀ ਢੁਕਵੀਂ ਕਾਰਵਾਈ ਨਾ ਕੀਤੀ ਗਈ ਤਾਂ ਉਹ ਲੜਕੀ ਦੀ ਲਾਸ਼ ਰੱਖ ਕੇ ਰੋਸ ਪ੍ਰਦਰਸ਼ਨ ਕਰਨਗੇ ਤੇ ਜਦੋਂ ਤੱਕ ਪੁਲਿਸ ਕਾਰਵਾਈ ਨਹੀਂ ਕਰਦੀ ਉਦੋਂ ਤੱਕ ਲੜਕੀ ਦਾ ਨਾ ਤਾਂ ਪੋਸਟਮਾਰਟਮ ਕਰਵਾਇਆ ਜਾਵੇਗਾ ਤੇ ਨਾ ਹੀ ਉਸ ਦਾ ਸੰਸਕਾਰ ਕੀਤਾ ਜਾਵੇਗਾ। ਅਸੀਂ ਨਹੀਂ ਕਰਾਇਆ ਜੀ, ਅਜੇ ਪਰਚਾ ਕਟਵਾ ਕੇ ਤਾਂ ਫਿਰ ਆਪਾਂ ਪੋਸਟਮਾਰਟਮ ਕਰਾਂਗੇ। ਉਹਨਾਂ ਚਿਰ ਪੋਸਟਮਾਰਟਮ ਨਹੀਂ ਹੋਗਾ। ਪਰਚਾ ਜਿਹੜਾ ਮਤਲਬ ਮੇਅਰ ਦਾ ਬਾਡੀਗਾਰਡ ਆ, ਉਹ 'ਤੇ ਅਸੀਂ ਪਰਚਾ ਕਰਾਉਣਾ ਚਾਹੁੰਦੇ ਹਾਂ। ਉਹਦਾ ਵੈਪਨ ਸੀਗਾ ਤੇ ਉਹਨੂੰ ਡਰਾਈਵਰ ਲੈ ਗਿਆ ਉਹਦੇ ਕੋਲੋਂ, ਉਹਦੀ ਗੱਡੀ ਸੀ ਤੇ ਦੂਸਰਾ ਗੱਡੀ ਦੇ ਵੀ ਪਰਚਾ ਹੋਣਾ ਚਾਹੀਦਾ। ਅਸਲਾ ਤਾਂ ਪਤਾ ਹੀ ਆ, ਉਹ ਤਾਂ ਪਤਾ ਹੀ ਆ, ਅਸਲਾ ਤਾਂ ਪਤਾ ਹੀ ਆ, ਮੇਅਰ ਦੇ ਬਾਡੀਗਾਰਡ ਦਾ ਆ। ਇਹ ਰਾਜਨੀਤੀ ਕਰ ਰਹੇ ਆ, ਬਚਾ ਰਿਹਾ ਉਹਨੂੰ ਆਪਣੇ ਮੁਲਾਜ਼ਮ ਕਰਕੇ। ਅਸੀਂ ਉਹਨਾਂ ਨੂੰ ਕਿਹਾ ਵੀ ਜੇ ਤੁਸੀਂ ਪਰਚਾ ਕੱਟਦੇ ਤਾਂ ਠੀਕ ਹੈ 5 ਵਜੇ ਤੱਕ, ਨਹੀਂ ਤਾਂ ਅਸੀਂ ਡੈੱਡ ਬੋਡੀ ਕੱਲ ਨੂੰ ਜਗਤਪੁਰੇ ਚੌਂਕ ਦੇ ਵਿੱਚ ਰੱਖ ਕੇ ਆਪਣਾ ਮੁਜ਼ਾਹਰਾ ਕਰਾਂਗੇ। ਮੇਰੀ ਭਤੀਜੀ ਸੀ, ਭਰਾ ਦੀ ਕੁੜੀ। ਆਪਣੀ ਮੰਗ ਹੈ ਯਾਰ, ਜਿਹੜਾ ਪਿਸਟਲ ਸੀਗਾ ਉਹ 'ਤੇ ਪਰਚਾ ਦਰਜ ਹੋਵੇ, ਉਹਨੂੰ ਅਰੈਸਟ ਕੀਤਾ ਜਾਵੇ। ਅਰੈਸਟ ਕਰਕੇ ਬਾਕੀ ਦੂਜੀ ਗੱਡੀ ਜਿਹੜੀ ਆ ਮੇਅਰ ਦੀ, ਉਹਨੂੰ ਅੰਦਰ ਕੀਤਾ ਜਾਵੇ। ਦੋ ਹੀ ਮੰਗਾਂ ਸਾਡੀ, ਕੁਛ ਵੀ ਨਹੀਂ ਕਾਰਵਾਈ ਕੀਤੀ ਉਹਨੇ ਹਾਲੇ, ਕਿਸਮ ਨਹੀਂ ਕੀਤੀ। ਉਹ ਡਰਾਈਵਰ ਤੇ ਮਰਜ਼ੀ ਕੀਤੀ, ਉਹ ਤੇ ਫੈਸਲਾ ਕੀਤੀ ਆ, ਉਹ ਵੀ ਮੁੱਕ ਗਿਆ ਜਿਹੜਾ ਡਰਾਈਵਰ ਮੁੰਡਾ ਸੀ ਗੱਡੀ ਦਾ ਕਾਤਲ। ਅਸੀਂ ਜਿਹੜਾ ਮਾਮਲਾ ਦਰਜ ਕੀਤਾ ਉਹਦੇ ਵਿੱਚ ਮੇਅਰ ਦੀ ਗੱਡੀ ਵੀ ਨਾਮਜ਼ਦ ਕੀਤੀ ਜਾਵੇ, ਹਾਂਜੀ, ਤੇ ਉਹਦਾ ਗਨਮੈਨ ਦਾ ਉਹਨੂੰ ਅਰੈਸਟ ਕੀਤਾ ਜਾਵੇ, ਉਹਨੂੰ ਅਰੈਸਟ ਕੀਤਾ ਜਾਵੇ ਤੇ ਉੱਤੇ ਪਰਚਾ ਦਰਜ ਹੋਵੇ। ਪੁਲਿਸ ਪ੍ਰਸ਼ਾਸਨ ਨਾਲ ਤੁਹਾਡੀ ਗੱਲ ਹੋਈ ਹੈ ਤੇ ਡੀਐਸਪੀ ਸਿਟੀ ਵੀ ਆਏ ਆ, ਤਾਂ ਕੀ ਉਹਨਾਂ ਦਾ ਹੁਣ ਕੀ ਉਹਨਾਂ ਨੇ ਭਰੋਸਾ ਦਿੱਤਾ? ਕੁਛ ਨਹੀਂ, ਉਹ ਬਸ ਗੱਲਾਂ ਬਾਤਾਂ ਨੇ ਭਰੋਸਾ ਦੇ ਜਾਂਦੇ, ਕੁਛ ਨਹੀਂ ਕਰਦੇ ਹਾਲੇ, ਕੋਈ ਗੱਲ ਨਹੀਂ ਕੀਤੀ ਜਾਂਦੀ, ਕੁਛ ਬਸ ਇੱਦਾਂ ਭਰੋਸਾ ਦੇ ਜਾਂਦੇ ਆ। ਕਹਿੰਦੇ ਮੇਰੇ ਭਰੋਸੇ ਤੇ ਰੱਖੋ, ਅਸੀਂ ਕਰਾਂਗੇ ਇੱਦਾਂ ਕਰੀ ਜਾਂਦੇ। ਹੁਣ ਪਾਣੀ ਦੇਖ ਲੈਣੇ ਨਹੀਂ ਤਾਂ ਫਿਰ ਕੱਲ੍ਹ ਨੂੰ ਜੋ ਕਾਰਵਾਈ ਬਣਦੀ ਹੈ ਆਪਣਾ ਕਰਾਂਗੇ, ਜੋ ਕਰ ਲਵਾਂਗੇ। ਲੱਗਾ ਪਤਾ ਨਹੀਂ ਮੁੰਡੇ ਵੱਲੋਂ ਕਿਉਂ ਘਟਨਾ ਨੂੰ ਅੰਜਾਮ ਦਿੱਤਾ ਗਿਆ? ਇਹ ਹਾਲੇ ਸਾਨੂੰ ਤਾਂ ਨਹੀਂ ਕੋਈ ਪਤਾ ਲੱਗਾ ਇਹਨਾਂ ਕੋਲ ਪੋਸਟਮਾਰਟਮ ਹੈਗੇ ਆਪਣੇ ਨੰਬਰ 'ਤੇ ਹੁੰਦੇ, ਦੇਖੋ ਹੁਣ ਕੀ ਪਤਾ ਨਿਕਲਦਾ, ਬਾਅਦ 'ਚ ਪਤਾ ਲੱਗੂ ਸਾਨੂੰ ਤਾਂ ਕੋਈ। ਜਿਹੜਾ ਮ੍ਰਿਤਕ ਅਮਰਪ੍ਰੀਤ ਕੌਰ, ਉਹਦੇ ਪਰਿਵਾਰ ਵੱਲੋਂ ਇਹ ਜਿਹੜੀ ਮੰਗ ਕੀਤੀ ਜਾ ਰਹੀ ਹੈ ਬਈ ਮੁਲਾਜ਼ਮ ਜਿਹਦਾ ਪਿਸਟਲ ਸੀਗਾ ਉਹਦੇ 'ਤੇ ਕਾਰਵਾਈ ਕੀਤੀ ਜਾਵੇ। ਇਹ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ। ਅਸੀਂ ਉਹਨੂੰ ਐਸਐਸਪੀ ਸਾਹਿਬ, ਮਾਨਯੋਗ ਐਸਐਸਪੀ ਸਾਹਿਬ ਵੱਲੋਂ ਆਲਰੇਡੀ ਪਹਿਲਾਂ ਹੀ ਜਿਹੜਾ ਆ ਉਹਨੂੰ ਸਸਪੈਂਡ ਕਰ ਦਿੱਤਾ ਆ, ਉਹਦੀ ਜਿਹੜੀ ਅਣਗਹਿਲੀ ਕਰਕੇ। ਤੇ ਬਾਕੀ ਤਫਤੀਸ਼ ਜਿਹੜੀ ਹੈਗੀ ਆ ਮੁਕੱਦਮੇ ਦੀ ਚੱਲ ਰਹੀ ਹੈਗੀ। ਮੁਕੱਦਮੇ ਦੀ ਤਫਤੀਸ਼ ਦੇ ਵਿੱਚ ਜੋ ਵੀ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਾਰਵਾਈ ਕਰਾਂਗੇ। ਕਸਬਾ ਗੋਇੰਦਵਾਲ ਸਾਹਿਬ ਵਿੱਚ ਚੋਰਾਂ ਤੇ ਲੁਟੇਰਿਆਂ ਦਾ ਹੌਸਲਾ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ, ਪਰ ਸਥਾਨਕ ਪੁਲਿਸ ਸਭ ਠੀਕ ਹੋਣ ਦਾ ਹਵਾਲਾ ਦਿੰਦੇ ਹੋਏ ਕਸਬੇ ਵਿੱਚ ਗੇੜਾ ਦੇਣਾ ਵੀ ਜ਼ਰੂਰੀ ਨਹੀਂ ਸਮਝ ਰਹੀ। ਦਿਨ ਦਿਹਾੜੇ ਨਿਹੰਗ ਦੇ ਭੇਸ ਵਿੱਚ ਆਏ ਇੱਕ ਨੌਜਵਾਨ ਵੱਲੋਂ ਦੁਕਾਨ ਅੰਦਰ ਦਾਖਲ ਹੋ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੀੜਿਤ ਨਿਹੰਗ ਬਾਣੇ ਵਿੱਚ ਆਏ ਨੌਜਵਾਨ ਨੇ ਹਮਲਾ ਕਰਦਿਆਂ 8000 ਰੁਪਏ ਦੇ ਕਰੀਬ ਪੈਸੇ ਲੁੱਟ ਕੇ ਫਰਾਰ ਹੋ ਗਿਆ ਤੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਹਾਂਜੀ ਭੈਣ ਜੀ, ਕੀ ਨਾਮ ਆਪਣਾ? ਹਰਪ੍ਰੀਤ ਕੌਰ, ਕਿਹੜਾ ਪਿੰਡ ਜੀ? ਗੋਇੰਦਵਾਲ ਸਾਹਿਬ। ਇੱਕ ਵੀਡੀਓ ਵਾਇਰਲ ਹੋ ਰਹੀ ਕੱਲ ਤੋਂ, ਨਿਹੰਗ ਸਿੰਘ ਬਾਣੇ ਦੇ ਵਿੱਚ
ਕੋਈ ਵਾਰਦਾਤ ਹੋਈ ਹੈ ਤੁਹਾਡੇ ਨਾਲ? ਹਾਂਜੀ ਕੀ ਵਾਰਦਾਤ ਹੋਈ ਹੈ? ਹਾਂਜੀ ਨਿਹੰਗ ਸਿੰਘ ਸੀ ਤੇ ਉਹ ਅੰਦਰ ਆਏ, ਮੈਂ ਕੱਪੜੇ ਉਤਾਰਨ ਉੱਪਰੋਂ ਗਈ ਸੀ। ਕੱਪੜੇ ਉਤਾਰਨ ਗਈ ਤੇ ਮੈਂ ਕੱਪੜੇ ਇੱਥੇ ਬੈਠ ਤੇ ਰੱਖੇ, ਉਹ ਇੱਥੇ ਆਉਂਦਿਆਂ ਨੂੰ ਮੇਰੇ ਕੋਲ ਖੜਾ ਸੀ। ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਹਾਂਜੀ ਦੱਸੋ ਕੀ ਗੱਲ ਆ, ਤੇ ਉਹ ਭੱਜਣ ਲੱਗੇ। ਮੈਂ ਉਹਨਾਂ ਨੂੰ ਗਲੇ ਤੋਂ ਫੜ ਲਿਆ ਤੇ ਉਹਨਾਂ ਦਾ ਪਰਨਾ ਮੇਰੇ ਹੱਥ ਵਿੱਚ ਆ ਗਿਆ। ਉਸ ਤੋਂ ਬਾਅਦ ਉਹਨਾਂ ਨੇ ਮੇਰੇ ਕੋਲ ਮੇਰੇ ਕੋਲ ਛੁਡਾ ਕੇ ਫਿਰ ਮੈਨੂੰ ਜੈਕਟ ਫੜ ਲਈ। ਫਿਰ ਉਹ ਬਿਲਕੁਲ ਉਹ ਮੈਨੂੰ ਝਟਕਾ ਦੇ ਕੇ ਤੇ ਭੱਜ ਕੇ ਮੈਨੂੰ ਸੁੱਟ ਕੇ, ਤੇ ਮੇਰਾ ਗੱਲਾ ਦੇਖੋ ਬਿਲਕੁਲ ਖਾਲੀ ਕਰ ਗਈ। 8-10 ਹਜ਼ਾਰ ਰੁਪਏ ਮੇਰੀ ਸੇਲ ਹੁੰਦੀ ਰੋਜ਼ ਦੀ। ਬਸੰਤ ਪੰਚਮੀ ਦਾ ਤਿਉਹਾਰ ਨੇੜੇ ਆ ਰਿਹਾ ਹੈ ਤੇ ਜਿਉਂ-ਜਿਉਂ ਲੋਕਾਂ ਵੱਲੋਂ ਇਸ ਤਿਉਹਾਰ ਨੂੰ ਮਨਾਉਣ ਲਈ ਚਾਈਨਾ ਡੋਰ ਵੱਖੋ ਵੱਖਰੇ ਤਰੀਕਿਆਂ ਨਾਲ ਮੰਗਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਠਿੰਡਾ ਵਿੱਚ ਲਾਈਨ ਚਾਈਨਾ ਡੋਰ ਮੰਗਵਾ ਕੇ ਧੜੱਲੇ ਨਾਲ ਉਸ ਦੀ ਡਿਲੀਵਰੀ ਵੀ ਕੀਤੀ ਜਾ ਰਹੀ ਹੈ। ਇਸ ਦਾ ਖੁਲਾਸਾ ਅੱਜ ਬਠਿੰਡਾ ਵਿਖੇ ਆਨਲਾਈਨ ਚਾਈਨਾ ਡੋਰ ਮੰਗਵਾ ਕੇ ਪੁਲਿਸ ਦੇ ਸਪੁਰਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਸਤਿੰਦਰ ਕੁਮਾਰ ਨੇ ਦੱਸਿਆ ਕਿ ਆਨਲਾਈਨ ਸ਼ਰੇਆਮ ਪਾਬੰਦੀਸ਼ੁਦਾ ਚਾਈਨਾ ਡੋਰ ਦੀ ਵਿਕਰੀ ਕੀਤੀ ਜਾ ਰਹੀ ਹੈ। ਉਸ ਵੱਲੋਂ ਇੱਕ ਵੈਬਸਾਈਟ ਰਾਹੀਂ ਚਾਈਨਾ ਡੋਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਨਾ ਦੇਣ ਉਪਰੰਤ ਮੰਗਵਾਏ ਗਏ ਸਨ। ਅੱਜ ਜਦੋਂ ਡਿਲੀਵਰੀ ਬॉय ਇਹਨਾਂ ਚਾਈਨਾ ਡੋਰ ਦੇ ਗੱਟੂ ਦੀ ਡਿਲੀਵਰੀ ਦੇਣ ਆਇਆ ਤਾਂ ਉਸ ਵੱਲੋਂ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਕੀਤੀ ਗਈ। ਸਤਿੰਦਰ ਕੁਮਾਰ ਨੇ ਦੱਸਿਆ ਕਿ ਡਿਲੀਵਰੀ ਬॉय ਨੇ ਖੁਲਾਸਾ ਕੀਤਾ ਹੈ ਕਿ ਉਹ ਹੁਣ ਤੱਕ 150 ਦੇ ਕਰੀਬ ਲੋਕਾਂ ਨੂੰ ਚਾਈਨਾ ਡੋਰ ਦੀ ਡਿਲੀਵਰੀ ਕਰ ਚੁੱਕਿਆ ਹੈ। ਸਤਿੰਦਰ ਕੁਮਾਰ ਨਾਮਕ ਨੌਜਵਾਨ ਵੱਲੋਂ ਇਸ ਆਨਲਾਈਨ ਚਾਈਨਾ ਡੋਰ ਦੀ ਵਿਕਰੀ ਕਰਨ ਵਾਲੀ ਕੰਪਨੀ ਖਿਲਾਫ ਸ਼ਿਕਾਇਤ ਵੀ ਦਿੱਤੀ ਗਈ ਹੈ। पेश है बठिंडा तो साडे पत्रकार मास्टर खान दी एक खास रिपोर्ट। मेरा नाम सतिंदर कुमार है और मैं शिवसेना पंजाब का नेशनल एडवाइजर हूं। जैसा कि पिछले कई दिनों से देखा जा रहा है कि शहर में चाइना डोर को लेके कई समाज सेवी संस्थाओं के द्वारा मुहिम चलाई जा रही है कि चाइना डोर को रोका जाए, लेकिन फिर भी कई लोग चाइना डोर को चोरी छुपे बेच रहे हैं। लेकिन हमारे ध्यान में एक मामला आया, सबसे ज्यादा मामला वो आया ऑनलाइन चाइना डोर का, जहाँ पे मोनोकाइट थ्रेड के नाम से धागा बेचा जा रहा है। लेकिन वो क्या कर रहे हैं, उसके ऊपर एक स्टिकर लगा देते हैं कि दिस थ्रेड नॉट फॉर काइट फ्लाइंग, ये पतंग उड़ाने के लिए नहीं है। क्या सिर्फ इतना लिखने से उनका बचाव हो जाता है? तो हमने इसको जब एसएसपी साहब को ध्यान में ले आके और माननीय डीसी साहब के ध्यान में ले आया कि भाई हम इस तरीके से एक ऑनलाइन धागा मंगवाना चाहते हैं तो क्या हमें इसकी इजाज़त मिलेगी, तो डीसी साहब ने ओके कर दिया और हमने एसएसपी साहब को एक रिटर्न में शिकायत भी दी कि इस तरीके से धागा मंगवाया जाएगा। तो उन्होंने कह दिया कि ठीक है मंगवाइए, लेकिन हमने उस शिकायत में लिख के दिया था कि जैसे ही हमारे पास कोरियर से आएगा हम तुरंत ही पुलिस को सूचित करेंगे। तो कल शाम को जैसे ही हमारे पास एक कोरियर आया जिसमें हमने 3 गुट्टू मंगवाए थे जिनका 3438 रुपये रेट था, तो हमने साथ के साथ में एसएसपी साहब को सूचित किया और उसके बाद में उन्होंने डिप्टी साहब के बाद आगे की कार्रवाई शुरू की और वो गुट्टू जो है ना हमारे पास आ गए। तो आज हम सुबह जब एसएसपी कोतवाली थाने में आए तो यहाँ पे हमने कहा कि हम इनको यहाँ पे सरेंडर कर देंगे, भाई ये है। लेकिन जब हमने जो कोरियर का जो लड़का था जो हमें डिलीवरी करने आया था उससे हमने पूछा कि भाई ये कोरियर से जो आप हमें चाइना डोर जो जानलेवा चाइना डोर है, डीजीपी साहब के ऑर्डर है कि पाबंदी शुदा गैर जमानती धाराओं के साथ मामला दर्ज किया जाता है, शहर में कितनी जगह सप्लाई किया है। तो उस डिलीवरी बॉय का कहना यह था कि हम ये पिछले काफ़ी दिनों से शहर में इसको हम दे रहे हैं, कोरियर के राही आ रहा है और डिलीवरी हो रहा है। शहर में करीबन हम 100 से 150 घरों में इस जानलेवा चाइना डोर को सप्लाई कर चुके हैं। लेकिन साथ में उन्होंने ये बताया कि हमारी जो शैडो एफएक्स कंपनी है ये तो कर ही रही है, लेकिन साथ में फ्लिपकार्ट, अमेजोन और भी कई कोरियर कंपनियां हैं जो इस तरीके के चाइना डोर को ऑनलाइन शहर में सप्लाई कर रही हैं। अब देखना ये होगा कि माननीय एसएसपी साहब या डिप्टी कमिश्नर साहब या डीजीपी साहब चाइना डोर पर लॉ तो बना दिया, कानून तो बना दिया है, अब देखना होगा कि शहर में जो चाइना डोर सप्लाई हो चुकी है उसको उड़ाने से किस तरीके से रोका जाएगा और किस तरीके से उस पर कार्रवाई की जाएगी। लेकिन बात अगर वहीं मीशो कंपनी की बात करें तो मीशो कंपनी को मैं ट्वीट करके बताया था कि आपकी साइट पर इस तरीके से जानलेवा प्रतिबंधित चाइना डोर बेची जा रही है, तो उन्होंने आश्वासन दिया था कि आगे से हमारा ऐसा नहीं हो जाएगा। लेकिन उसके बावजूद भी मैं 3 बार उनको ट्वीट कर चुका हूँ, हर बार उनकी तरफ से सिर्फ ठोका आश्वासन दिया जाता है। ਮੰਗਾਇਆ ਕੀ ਉਹਨੇ ਪਾਰਸਲ ਕੀਤਾ ਸੀ, ਉਸ ਤੋਂ ਬਾਅਦ ਅਸੀਂ ਪੜਤਾਲ ਤੋਂ ਬਾਅਦ ਕਿਹੜੀ ਹੈਗੀ ਆ ਇਸ ਤੇ ਕਿਹੜੀ ਅਗਲੀ ਕਾਰਵਾਈ ਕੀਤੀ ਜਾਊਗੀ। ਉਹਦੇ ਬਿਆਨ ਮੁਤਾਬਕ ਉਹ ਕਹਿੰਦਾ ਵੀ ਇਹ ਤਕਰੀਬਨ 100-150 ਬੰਦੇ ਨੂੰ ਹੋਰ ਵੀ ਸਪਲਾਈ ਕੀਤੀ ਉਸ ਡਿਲੀਵਰੀ ਬॉय ਨੇ। ਦੇਖੋ ਸਾਡੇ ਧਿਆਨ ਦੇ ਵਿੱਚ ਹਜੇ ਕੋਈ ਕੰਪਲੇਂਟ ਤਾਂ ਉਸ ਤਰ੍ਹਾਂ ਦੀ ਨਹੀਂ ਆਈ ਹੋਰ ਡਿਲੀਵਰੀ ਬॉयਜ਼ ਦੀ, ਲੇਕਿਨ ਇਸ ਮਾਮਲੇ ਦੇ ਵਿੱਚ ਜੇਕਰ ਕਿਸੇ ਵੀ ਪਹਿਲੂ ਤੇ ਅੱਗੇ ਜਾ ਕੇ ਕੋਈ ਗੱਲ ਸਾਹਮਣੇ ਆਉਂਦੀ ਆ ਤੇ ਕਾਨੂੰਨ ਦੀ ਜਦ ਦੇ ਵਿੱਚ ਆਉਂਦੀ ਹੈ ਤਾਂ ਬਿਲਕੁਲ ਉਸ ਤੇ ਕਿਹੜੀ ਹੈਗੀ ਹੈ ਬੰਦੀ ਕਾਰਵਾਈ ਕੀਤੀ ਜਾਊਗੀ। ਮੰਗਵਾਈ ਜਿਹਨਾਂ ਦੀ ਉਹਨਾਂ ਤੇ ਕੋਈ ਕਾਰਵਾਈ ਹੋਊਗੀ ਜਿਹਨਾਂ ਦੇਖੋ ਹਜੇ ਤਾਂ ਇਹਨਾਂ ਦੀ ਸਾਨੂੰ ਐਪਲੀਕੇਸ਼ਨ ਪ੍ਰਾਪਤ ਹੋਊਗੀ,
ਕੋਈ ਇਹਨਾਂ ਨੇ ਸਟੇਟਮੈਂਟ ਨਹੀਂ ਲਿਖਾਈ। ਅਸੀਂ ਇਹਨਾਂ ਨਾਲ ਕੱਲ ਵੀ ਰਾਬਤਾ ਕਾਇਮ ਕੀਤਾ ਸੀਗਾ, ਲੇਕਿਨ ਸਾਡੇ ਕੋਲ ਕਦੋਂ ਵੀ ਕੋਈ ਲਿਖਤੀ ਰੂਪ ਦੇ ਵਿੱਚ ਆਉਂਦਾ ਉਸ ਨੂੰ ਅਸੀਂ ਵੈਰੀਫਾਈ ਕਰਾਂਗੇ ਤੇ ਉਸ ਤੇ ਕਿਹੜੀ ਬਣਦੀ ਕਾਰਵਾਈ ਜੇ ਕਿ ਉਹਨਾਂ ਨੇ ਕਾਨੂੰਨਾਂ ਦੀ ਉਲੰਘਣਾ ਕੀਤੀ ਹੈਗੀ ਬਿਲਕੁਲ ਕੀਤੀ ਜਾਊਗੀ। ਤੁਹਾਡੇ ਵੱਲੋਂ ਕੀ ਉਪਰਾਲੇ ਕੀਤੇ ਜਾ ਰਹੇ? ਸੀਨੀਅਰ ਅਫਸਰਾਂ ਦੀ ਹਦਾਇਤ ਨਾਲ ਸਾਡੇ ਵੱਲੋਂ ਅੱਜ ਸਪੈਸ਼ਲ ਮੁਹਿੰਮ ਚਲਾਈ ਗਈ ਹੈਗੀ ਆ। ਅਸੀਂ ਹਰੇਕ ਸ਼ਾਪ ਜਿਸ ਤੇ ਪਤੰਗ ਡੋਰ ਵਗੈਰਾ ਵਿਕ ਰਹੀ ਹੈ ਉੱਥੇ ਅਸੀਂ ਉਹਨਾਂ ਦੇ ਸਟੋਰ ਨੂੰ ਜਾਂ ਕੋਈ ਹੋਰ ਬਣੀਆਂ ਜਗ੍ਹਾਵਾਂ ਨੂੰ ਚੈੱਕ ਕਰ ਰਹੀ ਹੈ। ਸਪੈਸ਼ਲ ਟੀਮਾਂ ਭੇਜੀਆਂ ਗਈਆਂ ਸਾਰੇ ਜ਼ਿਲ੍ਹੇ ਦੇ ਵਿੱਚ। ਇਸ ਦੇ ਤਹਿਤ ਸਾਡੇ ਵੀ ਥਾਣੇ ਦੇ ਵਿੱਚ ਸਪੈਸ਼ਲ ਟੀਮ ਕੰਮ ਕਰ ਰਹੀ ਹੈ ਤੇ ਜੋ ਕਿ ਇਹ ਕਾਰਵਾਈ ਲਗਾਤਾਰ 26 ਜਦੋਂ ਤੱਕ ਬਸੰਤ ਆ ਜਾਂ ਇਹ ਸੀਜ਼ਨ ਰਹਿੰਦਾ ਉਦੋਂ ਤੱਕ ਜਾਰੀ ਰਹੂਗੀ, ਤਾਂ ਕਿ ਇਸ ਜਿਹੜੀ ਇਹ ਸਮੱਸਿਆ ਹੈਗੀ ਆ ਡੋਰਾਂ ਦੀ ਹੋਰ ਇਸ ਤੋਂ ਲੋਕਾਂ ਨੂੰ ਨਿਜਾਤ ਦਿਵਾਈ ਸਕੇ ਅਤੇ ਜੋ ਇਸ ਗੈਰ ਕਾਨੂੰਨੀ ਧੰਦੇ 'ਚ ਉਹਨਾਂ ਤੇ ਸਖਤ ਕਾਰਵਾਈ ਕੀਤੀ। ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਨਜ਼ਦੀਕ ਪਿੰਡ ਕੋਟ ਮੀਆਂ ਸਾਹਿਬ, ਜਿੱਥੇ ਕਿ ਸਰਦਾਰ ਸੰਤੋਖ ਸਿੰਘ ਦੇ ਵੱਲੋਂ ਹਰ ਸਾਲ ਲੋਹੜੀ ਲੱਖਾਂ ਰੁਪਏ ਦੀ ਗੰਨਿਆਂ ਦੇ ਰਸ ਦੇ ਲੰਗਰ ਲਗਾਇਆ ਜਾਂਦਾ ਹੈ ਤੇ ਲੋਕ ਇੱਥੋਂ ਬਾਲਟੀ 20 ਲੀਟਰ ਜਾਂ ਉਸ ਤੋਂ ਜ਼ਿਆਦਾ ਲੈ ਕੇ ਰਸ ਲੈ ਕੇ ਜਾਂਦੇ ਹਨ ਅਤੇ ਲਾਈਟ ਨਾ ਹੋਣ ਦਾ ਸਾਰਾ ਦਿਨ ਜਨਰੇਟਰ ਵੀ ਚੱਲਦਾ ਹੈ। ਸਵੇਰੇ 9 ਵਜੇ ਤੋਂ ਸ਼ਾਮ ਤੱਕ ਚੱਲਦਾ ਹੈ। ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਕਦੀ ਵੀ ਕੋਈ ਇਸ ਜਗ੍ਹਾ ਤੋਂ ਖਾਲੀ ਨਹੀਂ ਗਿਆ, ਪਰ ਕੋਈ ਅਮੀਰ ਜਾਂ ਗਰੀਬ ਹੋਵੇ ਸਭ ਨੂੰ ਰਸ ਦਿੱਤਾ ਜਾਂਦਾ ਹੈ। ਸੰਗਤ ਬੜੀ ਹੀ ਬੇਬਾਈ ਮਹਾਰਾਜ ਨਸ਼ਹਿਰੇ ਵਾਲੇ ਜਦੋਂ ਆਏ ਨਾ ਤੇ ਉਹ ਆਖਣ ਲੱਗੇ ਭਈ ਕੀ ਕਰਨ ਆਏ ਹੋ ਇੱਥੇ ਸਾਧ ਸੰਗਤ ਜੀ, ਦੁਨੀਆ ਬੜੀ ਬੜੇ ਗਾਗੀ ਦੂਰ ਤੱਕ 2-2.5 ਕਿੱਲਿਆਂ 'ਚ ਪੰਡਾਲ ਲੱਗਾ ਇਹ। ਆਖਣ ਲੱਗੇ ਕੀ ਕਰਨ ਆਏ ਹੋ? ਜਿਹੜੇ ਲਾਗੇ ਹਨ ਮਹਾਰਾਜ ਦੇ ਗੜਵਈਓ ਆਂਦੇ ਨੇ ਜੀ ਤੁਹਾਡੇ ਦਰਸ਼ਨ ਮੇਲੇ ਨੂੰ ਆਏ ਨੇ। ਆਂਦੇ ਨੇ ਅੱਜ ਕਿਹੜਾ ਦਿਹਾੜਾ ਹੈ? ਆਂਦੇ ਨੇ ਜੀ ਅੱਜ ਲੋਹੜੀ ਹੈ ਤੇ ਆਂਦੇ ਨੇ ਵੀ ਜਿਹਦਾ ਕਮਾਲ ਲਾਇਆ ਉਹ ਬਾਹਾਂ ਖੜੀਆਂ ਕਰਨ ਤੇ ਆਹ ਥਾਂ ਦਾ ਵਿਗਾ ਲਾਇਆ ਸੀ, ਆਹ ਮੈਂ ਨਹੀਂ ਕੀਤੀ ਬਾਂਹ ਖੜੀ, ਅਸੀਂ ਨਹੀਂ ਕੀਤੀ, ਥੋੜਾ ਹੀ। ਕੋਈ ਆਖੇ ਜੀ ਮੇਰਾ 20 ਕਿੱਲੇ, ਕੋਈ ਆਖੇ 30 ਕਿੱਲੇ, ਬੜੇ ਬੜੇ ਗੱਲ ਕੀ ਸਰਦਾਰ ਹਨ ਵਿੱਚ, ਕੋਈ ਆਖੇ 5 ਕਿੱਲੇ, ਕੋਈ ਆਖੇ 2 ਕਿੱਲੇ, ਕੋਈ ਕਿੱਲਾ, ਸਾਰੇ ਉਹ ਆਂਦੇ ਨੇ ਵੀ ਤੁਹਾਡੇ ਵਾਸਤੇ ਅੱਜ ਕੋਈ ਥਾਂ ਨਹੀਂ ਇੱਥੇ, ਤੁਸੀਂ ਚਲੇ ਜਾਓ ਜਾ ਕੇ ਤੇ ਲੰਗਰ ਲਾਓ। ਹਾਂਜੀ ਤੇ ਫਿਰ ਆਖਣ ਲੱਗੇ ਸਾਡੇ ਵੱਲ ਵੇਖ ਕੇ ਵੀ ਜਿਹਦੇ ਕੋਲ 2 ਮਰਲੇ ਵੀ ਲਾਇਆ ਨਾ ਉਹ ਵੀ ਚਲਾ ਜਾਏ। ਹਾਂਜੀ ਤੇ ਉਹ ਮਹਾਰਾਜ ਨੇ ਸਾਧ ਸੰਗਤ ਜੀ ਫਿਰ ਉਹ ਐਸੀਆਂ ਕਿਰਨਾਂ ਪਈਆਂ ਸਾਡੇ ਤੇ, ਮੇਰਾ ਤਾਂ ਸਰੀਰ ਕੰਬਿਆ ਤਾ। ਮੈਂ ਉਸ ਤੋਂ ਫਿਰ ਨਾ ਮੇਰਾ ਮਤਲਬ ਅਸੀਂ ਆ ਗਏ, ਮੈਂ ਵੀ ਮੈਂ ਚੱਲਿਆ। ਇਹ ਆਖਣ ਲੱਗੇ ਉਹ ਮਹਾਰਾਜ ਇਸ ਤਰ੍ਹਾਂ ਹੀ ਭਜਨ ਕਰਦੇ ਹੁੰਦੇ ਨੇ ਤੇ ਨਹੀਂ। ਸੰਗਤ ਕਲੇਰਾਂ ਦੀ ਵੀ ਬੜੀ ਲੋਕੀ ਸਾਰੇ ਭਾਉ ਪਾ ਕੇ ਤੇ ਉੱਥੇ ਆ ਗਏ। ਅਸੀਂ ਉੱਥੋਂ ਪਿੰਡ ਆ ਗਏ, ਉਦੋਂ ਢੱਗੇ ਜੋਈਦੇ ਹਨ। ਮੈਂ ਸ਼ਾਗਰ ਫੜਿਆ ਤਾਂ ਅਸੀਂ ਆ ਗਏ ਤੇ ਵੀ ਨਾਲ ਆ ਗਏ ਮੇਰੇ ਤੇ ਬਾਹਰ ਹੁੰਦਾ ਸੀ ਵੇਲਣਾ ਖੁੱਲੇ ਸਾਂ ਸੇਵਾ ਉੱਥੇ ਫੇਰ ਹੁੰਦਾ ਸੀ। ਅਸੀਂ ਉੱਥੇ ਜਾ ਕੇ ਤੇ ਉਹ ਮੇਰਾ ਮਤਲਬ ਭਈ ਮੈਂ ਗੱਦੇ ਲੈ ਕੇ, ਛੋਟਾ ਸੀ ਭਰਾ ਮੇਰਾ ਫੌਜੀ, ਉਹਨੂੰ ਮੈਂ ਢੱਗੇ ਲਿਆ ਜੋ ਕੇ ਤੂੰ, ਮੈਂ 2 ਭੱਜੀਆਂ ਗੱਲੇ ਸੁੱਤੇ। ਅਸੀਂ ਸਾਧ ਸੰਗਤ ਜੀ ਉੱਥੇ ਜੋ ਜੋਤਾ ਵੇਲਣਾ ਉੱਧਰੋਂ ਆਈ ਉਦੋਂ ਕੁਮਾਰ ਸਾਰੇ ਲੋਕੀ ਲਾਉਂਦੇ ਹਨ। ਕੋਈ 26 ਚੁੱਕੀ ਹੈ, ਕੋਈ ਭਰੀ ਚੁੱਕੀ ਹੈ ਤੇ ਰਹੋ ਬਾਬਾ ਅਸੀਂ ਦਈ ਜਾਈਏ, ਲਈ ਜਾਣ ਲੋਕੀ। ਕਿੰਨਾ ਧੂੜਾਂ ਦੇ ਗੰਨੇ ਸਾਡੇ ਕੋਲ ਉੱਥੇ ਵੱਜ ਗਏ। 9 ਵੱਜ ਗਏ ਰਾਤ ਦੇ, 9 ਵੱਜ ਗਏ ਤੇ ਉਹ ਪਾਪਾ ਸਾਡਾ ਆ ਗਿਆ, ਆਂਦਾ ਉਹ ਢੱਗੇ ਬਿਮਾਰ ਕਰਦੇ ਨਹੀਂ। ਮੈਂ ਉਹ ਇਹਦੇ ਅੱਜ ਨਹੀਂ ਬਿਮਾਰ ਹੁੰਦੇ, ਇਹਨਾਂ ਨਮੂਨੀਆ ਵਾਲੇ। ਮੈਂ ਉਹ ਇਹਨਾਂ ਨਹੀਂ ਹੋਣਾ। ਉਹ ਆਉਂ ਜਾਣ ਮਾਈ ਜੀ ਖੱਚਰ ਜਿਹੜੇ ਜੁੱਤੀ ਦੇ ਖੋਪੇ ਦਈਦੇ ਹਨ ਉਦੋਂ ਬੌਲਦਾਂ ਨੂੰ ਹਲਾਰੇ ਚੜੇ ਤੇ ਉਹ ਇਸ ਢੰਗ ਨਾਲ ਉਹਦਾ ਮਹਾਰਾਜ ਨੇ ਆਹੀ ਕਿਰਪਾ ਕੀਤੀ ਆ। ਉਦੋਂ ਦਾ ਮੇਰਾ ਮਤਲਬ ਪਈ ਇਹ ਅਸੀਂ ਕਰਨਾ ਹੀ ਕਰਨਾ, ਕਮਾ ਦਾ ਲਾਉਣਾ ਹੀ ਲਾਉਣਾ, ਸਾਲ ਦੇ ਸਾਲ ਮਹਾਰਾਜ ਕਰਾਉਂਦੇ ਨੇ, ਅਸੀਂ ਨਹੀਂ ਕਰ ਸਕਦੇ। ਇੰਨੀ ਸੰਗਤ ਆਉਂਦੀ ਹੈ ਕਦੀ ਮਤਲਬ ਹੋਰ ਨਹੀਂ ਹੋਈ ਕਦੀ ਨਾ, ਕੋਈ ਗੱਲ ਹੀ ਨਹੀਂ। ਆ ਜਿੰਨੇ ਗੰਦੇ ਪਏ ਨਾ ਜੇ ਇੰਨੇ ਉੱਥੇ 40 ਛਿੱਲੇ ਪਏ ਨੇ। ਹਾਂ ਕੋਈ ਜਿੰਨੀ ਮਰਜ਼ੀ ਕੋਈ ਖੜ ਸਕਦਾ, ਜਿੰਨੀ ਮਰਜ਼ੀ ਖੜ ਸਕਦਾ। ਮੈਂ ਦੇਖਿਆ ਬਾਲਟੀਆਂ ਤੋਂ ਵੱਧ ਲੋਕ ਆਉਂਦੇ ਆਹ ਕਰਦੇ ਨੇ ਲੋਕੀ। ਉਹ ਮੈਂ ਜੇ ਇਹਨਾਂ ਕੋਈ ਸ਼ਰਾਬ ਕੱਢਣ ਵਾਲੇ ਨਾ ਖੜੇ ਹੋਏ, ਮਹਾਂਪੁਰਖਾਂ ਦਾ ਲੰਗਰ ਜੇ ਮਹਾਰਾਜ ਕਿਲੇ ਵਾਲੇ ਦਾ, ਤੇ ਇਸ ਵਾਸਤੇ ਨਾ ਖੜੇ ਹੋ, ਖੀਰ ਵਾਸਤੇ ਲੈ ਜਾਓ ਜਿੰਨੀ ਖੜਨੀ ਹੈ। 9 ਵਜੇ ਤੱਕ ਚੱਲਣਾ ਕੰਮ। ਸੋਸ਼ਲ ਮੀਡੀਆ ਦੀ ਵਰਤੋਂ ਕਰ ਕਈ ਲੋਕ ਆਪਣੀ ਜ਼ਿੰਦਗੀ ਬਦਲ ਚੁੱਕੇ ਹਨ, ਪਰ ਕਈ ਲੋਕ ਸੋਸ਼ਲ ਮੀਡੀਆ ਦੀ ਗਲਤ ਵਰਤੋਂ ਕਰ ਜਲਦੀ ਅਮੀਰ ਹੋਣਾ ਚਾਹੁੰਦੇ ਹਨ ਅਤੇ ਗਲਤ ਰਾਸਤੇ ਤੁਰ ਆਪਣੀ ਜ਼ਿੰਦਗੀ ਬਰਬਾਦ ਕਰ ਬੈਠਦੇ ਹਨ। ਅਜਿਹਾ ਇੱਕ ਮਾਮਲਾ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਤੋਂ ਸਾਹਮਣੇ ਆਇਆ, ਜਿੱਥੇ ਇੱਕ 8ਵੀਂ ਕਲਾਸ ਦੀ ਵਿਅਕਤੀ ਫੇਲ ਹੋ ਗਿਆ ਸੀ ਤੇ ਸੋਸ਼ਲ ਮੀਡੀਆ ਤੇ ਨੋਟ ਬਣਾਉਣ ਦਾ ਤਰੀਕਾ ਸਿੱਖ ਕੇ 2 ਲੱਖ ਰੁਪਏ ਦੇ ਕਰੀਬ ਨਕਲੀ ਕਰੰਸੀ ਛਾਪ ਦਿੱਤੀ ਹੈ ਤੇ ਖਬਰ ਮੁਖਬਰ ਖਾਸ ਦੀ ਇਤਲਾਹ ਤੇ ਨਾਕੇਬੰਦੀ ਦੌਰਾਨ ਇਸ ਨੂੰ ਕਾਬੂ ਕਰ ਇਸ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਸਾਡੇ ਮਾਨਯੋਗ ਸ੍ਰੀ ਦੀਪ ਕਲੌਰੀ ਜੀ IPS SSP ਸਾਹਿਬ ਗੁਰਦਾਸਪੁਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜੀ ਅਸੀਂ ਇੱਕ ਮਾੜੇ ਲੋਕਾਂ ਨੂੰ ਕਾਬੂ ਕਰਨ ਲਈ ਮੁਹਿੰਮ ਚਲਾਈ ਸੀ, ਉਹਦੇ ਤਹਿਤ ਸਾਡੇ ਇੰਚਾਰਜ ਨਾਰਕੋਟਿਕ ਸੈੱਲ ਤੇ ਉਹਨਾਂ ਦੀ ਟੀਮ ਤੇ ਨਾਲ ਧਾਰਵਾਲੀ ਪੁਲਿਸ ਨੇ ਜਿਹੜਾ ਨਾਕਾ ਲਾਇਆ ਸੀ ਪਸਨਾਵਾਲ ਦੇ ਬਾਹਰ ਮੋੜ ਤੇ,
ਉੱਥੇ ਇੱਕ ਬੰਦਾ ਬਲਦੇਵ ਸਿੰਘ ਜਿਹੜਾ ਸਾਨੂੰ ਮੁਖਬਰ ਖਾਸ ਨੇ ਇਨਫੋਰਮੇਸ਼ਨ ਦਿੱਤੀ ਵੀ ਇਹਦੇ ਕੋਲ ਜਾਲੀ ਕਰੰਸੀ ਹੈਗੀ ਆ ਤੇ ਜੇ ਇਹਦੀ ਤਲਾਸ਼ੀ ਕਰੋਗੇ ਤਾਂ ਬਰਾਮਦ ਹੋ ਸਕਦੀ ਹੈ। ਜੋ ਸਾਡੀ ਟੀਮ ਨੇ ਜਿਹੜੀ ਇਹਦੀ ਤਲਾਸ਼ੀ ਕੀਤੀ ਤੇ ਇਹਦੀ ਜੇਬ ਦੇ ਵਿੱਚੋਂ ਜਿਹੜਾ ਸਾਨੂੰ ਹੈਗਾ 29,800 ਰੁਪਏ 100 ਦੇ ਨੋਟ ਜਿਹੜੇ ਜਾਲੀ ਕਰੰਸੀ ਮਿਲੀ। ਉਦੋਂ ਬਾਅਦ ਅਸੀਂ ਇਹਦੇ ਖਿਲਾਫ ਮੁਕੱਦਮਾ ਦਰਜ ਕਰਕੇ ਤੇ ਜਿਹੜਾ ਹੈਗਾ ਇਹਨੂੰ ਇੰਟੈਰੋਗੇਸ਼ਨ ਕੀਤੀ, ਪੁੱਛਗਿੱਛ ਕੀਤੀ, ਜਿਹਦੇ ਦੌਰਾਨ ਸਾਨੂੰ ਜਿਹੜਾ ਟੋਟਲ ਇਹਦੇ ਕੋਲੋਂ 1,94,300 ਰੁਪਈਆ ਜਿਹੜਾ ਉਹ ਬਰਾਮਦ ਹੋਏ ਨੇ। ਇਹਦੇ ਵਿੱਚ 2-2000 ਦੇ 73 ਨੋਟ ਨੇ ਤੇ ਜਿਹੜੇ 500 ਦੇ ਉਹ 37 ਨੋਟ ਨੇ ਜੀ। ਤੇ ਇਹ ਜਿਹੜਾ ਬੰਦਾ ਆ ਪੁੱਛਗਿੱਛ 'ਚ ਇਹ ਵੀ ਗੱਲ ਸਾਹਮਣੇ ਆਈ ਵੀ ਆਪਣੇ ਘਰ ਦੇ ਵਿੱਚ ਹੀ ਜਾਲੀ ਕਰੰਸੀ ਤਿਆਰ ਕਰਦਾ ਹੈ ਪ੍ਰਿੰਟਰ ਤੋਂ ਤੇ ਸਕੈਨਰ ਤੋਂ। ਉਹ ਅਸੀਂ ਪ੍ਰਿੰਟਰ ਜਿਹੜਾ ਕੰਮ ਸਕੈਨਰ ਆ ਉਹ ਵੀ ਅਸੀਂ ਕਬਜ਼ੇ 'ਚ ਲੈ ਲਿਆ। 4 ਸਾਈਆਂ ਲੈ ਲਈਆਂ, ਇੱਕ ਟੇਪ ਲੈ ਲਈ, ਚਿੱਟੇ ਕਾਗਜ਼ ਲੈ ਲਏ, ਕੈਂਚੀ ਲੈ ਲਈ ਜਿਹਦੇ ਨਾਲ ਕੱਟਦਾ ਸੀ, ਇੱਕ ਫੁੱਟਾ ਲੈ ਲਿਆ ਤੇ ਇੱਕ ਕਟਰ ਲੈ ਲਿਆ ਸੀ, ਬਰਾਮਦ ਕਰ ਲਿਆ। ਸਰ ਕਿੰਨਾ ਪੜਿਆ ਬੰਦਾ ਇਹ ਬੰਦਾ ਜੀ 8ਵੀਂ ਫੇਲ ਆ ਤੇ ਉਸ ਤਰ੍ਹਾਂ ਬਹੁਤ ਗਰੀਬ ਆ, ਪਿੰਡ 'ਚੋਂ ਤਕਰੀਬਨ ਸਭ ਤੋਂ ਗਰੀਬ ਇਹੋ ਹੀ ਆ। ਤੇ ਇਹਨੇ ਜਿਹੜਾ ਹੈਗਾ ਸਾਰਾ ਕੰਮ ਜਿਹੜਾ ਨਾ ਗੂਗਲ ਦੇ ਉੱਤੇ ਸਰਚ ਕਰਕੇ ਫਿਰ ਉਹਨੂੰ ਸਾਰਾ ਆਪ ਪ੍ਰੈਕਟੀਕਲ ਵਰਕ ਕਰਕੇ ਤੇ ਫਿਰ ਤਿਆਰ ਕਰਨਾ ਸ਼ੁਰੂ ਕੀਤਾ ਜੀ। ਐਸਪੀ ਤਰਨਤਾਰਨ ਸ਼੍ਰੀ ਗੁਰਮੀਤ ਸਿੰਘ ਚੌਹਾਨ ਵੱਲੋਂ ਜ਼ਿਲ੍ਹੇ ਵਿੱਚ ਡਰੈਗਨ ਡੋਰ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਸੀ, ਜਿਸ ਤਹਿਤ ਹੁਕਮਾਂ ਦੀ ਪਾਲਣਾ ਕਰਦੇ ਹੋਏ ਡੀਐਸਪੀ ਸਬ ਡਿਵੀਜ਼ਨ ਗੋਇੰਦਵਾਲ ਸਾਹਿਬ ਸ਼੍ਰੀ ਅਰੁਣ ਸ਼ਰਮਾ ਦੀ ਅਗਵਾਈ ਹੇਠ ਚੌਂਕੀ ਫਤਿਆਬਾਦ ਦੀ ਪੁਲਿਸ ਪਾਰਟੀ ਵੱਲੋਂ ਪਾਬੰਦੀਸ਼ੁਦਾ ਡਰੈਗਨ ਡੋਰ ਨੂੰ ਕਾਬੂ ਕੀਤਾ ਗਿਆ ਤੇ ਇਸ ਮੌਕੇ ਉਕਤ ਵਿਅਕਤੀ ਨੂੰ ਚਾਈਨਾ ਡੋਰ ਦੇ 6 ਛੋਟੇ ਅਤੇ 2 ਵੱਡੇ ਗੱਟੂਆਂ ਸਮੇਤ ਕਾਬੂ ਕੀਤਾ ਗਿਆ। ਸਾਡੇ ਡੀਜੀਪੀ ਸਾਹਿਬ ਤੇ ਐਸਐਸਪੀ ਸਾਹਿਬ ਵੱਲੋਂ ਦਿੱਤਾ ਸੀ। ਅਸੀਂ ਕਾਫੀ ਦਿਨ ਤੋਂ ਸਰਚ ਕਰ ਰਹੇ ਸੀ ਤੇ ਕਿਸੇ ਦੇ ਘਰੋਂ ਜਿਹੜੇ ਆ ਅਮਰਜੀਤ ਸਿੰਘ ਆ ਫਤਿਆਬਾਦ ਦਾ ਚੌਂਕੀ ਇੰਚਾਰਜ ਇਕਬਾਲ ਸਿੰਘ ਨੇ ਉੱਥੇ ਰਿਕਵਰੀ ਕੀਤੀ ਆ 8 ਗੱਟੂ ਫੜੇ ਆ ਤੇ ਜਿਹਦੇ ਸੰਬੰਧੀ 188 ਦਾ ਜਿਹੜਾ ਪਰਚਾ ਦਰਜ ਕੀਤਾ ਗਿਆ ਤੇ ਜਿਹੜਾ ਮਦਈ ਨੂੰ ਜਿਹੜਾ ਕਿ ਮਚਲਕੇ ਦੇ ਉੱਤੇ ਜਿਹੜਾ ਉਹਨੂੰ ਰਿਹਾ ਕੀਤਾ ਗਿਆ। ਐਮਐਲਏ ਦੇਵਮਾਨ ਨੇ ਸਿਵਲ ਹਸਪਤਾਲ ਨਾਭਾ ਵਿਖੇ ਨਵ ਜਨਮੀਆਂ ਲੜਕੀਆਂ ਦੀ ਲੋਹੜੀ ਮਨਾਈ। ਹਸਪਤਾਲ ਦੇ ਸਮੁੱਚੇ ਸਟਾਫ ਨੇ ਮਿਲ ਕੇ ਲੋਹੜੀ ਵੰਡੀ ਤੇ ਨਾਭਾ ਸਥਿਤ ਸਿਵਲ ਹਸਪਤਾਲ ਵਿਖੇ ਡਾਕਟਰ ਸੰਜੇ ਗੋਇਲ ਐਸਐਮਓ ਦੀ ਅਗਵਾਈ ਵਿੱਚ ਸਮੂਹ ਡਾਕਟਰਾਂ ਵੱਲੋਂ ਨਵਜੰਮੀਆਂ ਬੱਚਿਆਂ ਦੀ ਲੋਹੜੀ ਮਨਾਈ ਗਈ, ਜਿਸ ਵਿੱਚ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੇਵਮਾਨ ਨੇ ਕਿਹਾ ਹੈ ਕਿ ਸਾਨੂੰ ਸਾਰਿਆਂ ਨੂੰ ਲੜਕੀਆਂ ਦੇ ਨਾਲ-ਨਾਲ ਧੀਆਂ ਦੀ ਵੀ ਲੋਹੜੀ ਮਨਾਉਣੀ ਚਾਹੀਦੀ ਹੈ, ਕਿਉਂਕਿ ਅੱਜ ਦੇ ਦੌਰ ਵਿੱਚ ਲੜਕੀਆਂ ਹਰੇਕ ਖੇਤਰ ਵਿੱਚ ਲੜਕਿਆਂ ਦੇ ਬਰਾਬਰ ਹਨ। ਉਪਰਾਲਾ ਕੀਤਾ ਸਾਰੀ ਟੀਮ ਨੇ ਮਿਲ ਕੇ ਕਿ ਜਿਹੜੀਆਂ ਪਿਛਲੇ 2-3 ਦਿਨਾਂ ਦੇ ਵਿੱਚ ਬੱਚੀਆਂ ਪੈਦਾ ਹੋਈਆਂ ਨੇ ਜਿਹਨਾਂ ਦੇ ਹਾਲੇ ਨਾਮ ਨਹੀਂ ਰੱਖੇ, ਉਹਨਾਂ ਦੀ ਲੋਹੜੀ ਜਿਹੜੀ ਹੈ ਇੱਥੇ ਮਨਾਈ ਗਈ ਹੈ ਤੇ ਥੋੜਾ ਤਿਰਫਲ ਜੋ ਵੀ ਹੈ ਉਹਨਾਂ ਨੂੰ ਪਰਿਵਾਰਾਂ ਨੂੰ ਦਿੱਤਾ ਗਿਆ। ਸੋ ਧੀਆਂ ਦੀਆਂ ਲੋਹੜੀਆਂ ਵੀ ਲਾਜ਼ਮੀ ਨੇ, ਪੁੱਤਾਂ ਦੇ ਵੀ ਮਨਾਓ। ਔਰ ਅੱਜ ਧੀ ਤੇ ਪੁੱਤ ਦੇ ਵਿੱਚ ਕੋਈ ਫਰਕ ਨਹੀਂ ਹੈ। ਧੀਆਂ ਵੱਧ ਸੇਵਾ ਕਰਦੇ ਨੇ ਮਾਂ-ਬਾਪ ਦੀਆਂ ਤੇ ਮੁੰਡੇ ਤਾਂ ਹਲੇ ਸੁਣਦੇ ਨਹੀਂ। ਇਸ ਕਰਕੇ ਜ਼ਰੂਰੀ ਹੈ ਕਿ ਤੁਸੀਂ ਇਹ ਲੋਹੜੀ ਦੇ ਤਿਉਹਾਰ ਤੇ ਆਪਣੀ ਬੱਚੀ ਦੀ ਲੋਹੜੀ ਜ਼ਰੂਰ ਮਨਾਓ ਔਰ ਖੁਸ਼ੀ ਸਾਰਿਆਂ ਨਾਲ ਸਾਂਝੀ ਕਰੋ। ਡਾਕਟਰ ਸਾਹਿਬ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਤੁਸੀਂ ਵੀ ਬੋਲੋ। ਮੈਂ ਸਰ ਦਾ ਇਸ ਮੌਕੇ ਤੇ ਬਹੁਤ ਹੀ ਸ਼ਾਰਟ ਸਪੈਨ ਤੇ ਨੋਟਿਸ ਦੇਣ ਤੇ ਆਏ ਨੇ। ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ, ਵੈਲਕਮ ਵੀ ਕਰਦਾ ਤੇ ਧੰਨਵਾਦ ਵੀ ਕਰਦਾ ਤੇ ਸਰ ਨੂੰ ਇਹ ਬੇਨਤੀ ਕਰਦਾ ਵੀ ਸਾਡੇ ਸਟਾਫ ਵਾਸਤੇ ਜ਼ਰੂਰ 2 ਵਰਡ ਜ਼ਰੂਰ ਕਹਿ ਕੇ ਜਾਓ। ਥੈਂਕ ਯੂ ਵੈਰੀ ਮਚ। ਮੈਂ ਤਾਂ ਪਹਿਲੇ ਤਾਰੀਫ ਕੀਤੀ ਹੈ ਜੀ, ਬਹੁਤ ਅੱਛਾ ਸਟਾਫ ਹੈ ਔਰ ਜਦੋਂ ਦੇ ਐਸਐਮਓ ਲੱਗੇ ਨੇ ਇੱਥੇ ਸੰਜੇ ਗੋਇਲ ਸਾਹਿਬ ਬਹੁਤ ਅੱਛਾ ਕੰਮ ਕਰ ਰਹੇ ਨੇ। ਸਾਫ ਸਫਾਈ, ਪੇਂਟ ਹੋ ਰਿਹਾ ਔਰ ਬਹੁਤ ਹਸਪਤਾਲ ਦੇ ਹਾਲਾਤ ਜਿਹੜੇ ਨੇ ਸੁਧਰ ਰਹੇ ਨੇ। ਤੇ ਬਾਕੀ ਮੈਂ ਅੱਜ ਵੀ ਕਿਹਾ ਕਿ ਤੁਸੀਂ ਪ੍ਰਪੋਜ਼ਲ ਤਿਆਰ ਕਰਕੇ ਜੋ ਵੀ ਰਿਕੁਆਇਰਮੈਂਟਸ ਆ ਡਾਕਟਰਾਂ ਦੀ ਉਹ ਸਾਰੀ ਪੂਰੀ ਕਰਾਂਗੇ ਇੱਥੇ। ਔਰ ਇੱਥੇ ਗਿਆਨੀ ਵਾਰਡ ਦੇ ਵਿੱਚ ਬਹੁਤ ਪ੍ਰੋਬਲਮ ਸੀਗੀ ਜੀ, ਹੁਣ ਤਾਂ ਡਾਕਟਰ ਏਕਤਾ ਜੀ ਨੇ ਇੱਥੇ ਤੇ ਡਾਕਟਰ ਸਾਹਿਬ ਦੱਸ ਰਹੇ ਸੀ ਪੇਸ਼ੈਂਟ ਪਹਿਲਾਂ ਕਿੰਨੇ ਆਉਂਦੇ ਸੀ ਜੀ? ਪਹਿਲਾਂ ਸਾਡੇ ਕੋਲ ਇੱਥੇ 8-10 ਡਿਲੀਵਰੀਜ਼ ਹੋ ਰਹੀਆਂ ਸੀ ਮਹੀਨੇ ਦੇ ਵਿੱਚ। ਹੁਣ ਅਸੀਂ ਪਿਛਲੇ ਵਾਰ 79 ਡਿਲੀਵਰੀਜ਼ ਕੀਤੀਆਂ। ਪਿਛਲੀ ਵਾਰ 79 ਹੋਈਆਂ ਨੇ, ਹੁਣ ਅਸੀਂ ਹੋਰ ਵਧਾਵਾਂਗੇ ਉਹਨੂੰ। ਫਾਜ਼ਿਲਕਾ ਵਿੱਚ ਵੱਖ-ਵੱਖ ਥਾਵਾਂ ਤੇ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸੇ ਤਰ੍ਹਾਂ ਫਾਜ਼ਿਲਕਾ ਦੀ ਨਵੀਂ ਅਨਾਜ ਮੰਡੀ ਵਿੱਚ ਵੀ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਆੜ੍ਹਤੀ ਐਸੋਸੀਏਸ਼ਨ ਫਾਜ਼ਿਲਕਾ ਦੇ ਪ੍ਰਧਾਨ ਦਵਿੰਦਰ ਸਚਦੇਵਾ ਨੇ ਦੱਸਿਆ ਕਿ ਲੋਹੜੀ ਦਾ ਤਿਉਹਾਰ ਮੰਡੀ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਹੈ। ਕੀ ਨਾਮ ਹੈ ਔਰ ਕਿਸ ਪੋਸਟ ਤੇ ਤੁਸੀਂ ਕੰਮ ਕਰ ਰਹੇ ਹੋ ਔਰ ਕੀ ਕਹਿਣਾ ਚਾਹੋਗੇ? मैं इंजीनियर यामिनी बतौर STO सिटी फाजिलका काम कर रही हाँ। तो अज लोहड़ी के त्यौहार से असी सारे इकट्ठे हुए हैं, समूह स्टाफ मैंबर साडे सबरबन के डिवीजन के इकट्ठे हुए हैं तो लोहड़ी सैलीब्रेट की है। तो मैं फाजिलका के सारे खपतकारों लोहड़ी की बहुत बहुत बधाइयाँ देना चाहती हूँ। मैडम जो 600 यूनिट सरकार ने दिते हैं उससे की संदेश देना चाहोगे? उस बारे मैं कहना चाहती हाँ 600 यूनिट सरकार ने
ਇੱਕ ਉਪਰਾਲਾ ਕੀਤਾ ਵੀ 600 ਯੂਨਿਟ ਹਰ ਘਰ ਨੂੰ ਮਾਫ ਕੀਤੇ ਨੇ, ਪਰ ਸਾਨੂੰ ਉਸ ਦੀ ਬਿਲਕੁਲ ਵੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ। ਕਈ ਹਾਂਜੀ ਸਰ, ਕੀ ਕਹਿਣਾ ਚਾਹੋਗੇ ਅੱਜ ਜਿਹੜਾ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਬਿਜਲੀ ਬੋਰਡ ਦਫ਼ਤਰ ਦੇ ਵਿੱਚ? ਸਭ ਤੋਂ ਪਹਿਲਾਂ ਤਾਂ ਮੈਂ ਮੇਰੇ ਸਾਰੇ ਪੀਐਸਪੀਸੀਐਲ ਸਟਾਫ ਨੂੰ ਔਰ ਸਾਰੇ ਪੰਜਾਬੀਆਂ ਨੂੰ ਇਸ ਪਵਿੱਤਰ ਤਿਉਹਾਰ ਤੇ ਲੱਖ ਲੱਖ ਵਧਾਈ ਦੇਣਾ ਜੀ। ਔਰ ਮੇਰੇ ਸਟਾਫ ਨੇ ਜੋ ਅੱਜ ਛੋਟਾ ਜਿਹਾ ਉਪਰਾਲਾ ਕੀਤਾ, ਸਾਂਝੇ ਤੌਰ ਤੇ ਜੋ ਲੋਹੜੀ ਮਨਾਈ ਜਾ ਰਹੀ ਹੈ, ਸਾਰੀ ਵਧਾਈ ਦੇ ਪਾਤਰ ਨੇ। ਔਰ ਕਿਉਂਕਿ ਹਰ ਕੋਈ ਆਦਮੀ ਅੱਜ ਕੱਲ੍ਹ ਆਪਦੇ ਨਿੱਜੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਬਿਜ਼ੀ ਹੈ ਜੀ, ਔਰ ਇਸ ਬਿਜ਼ੀ ਲਾਈਫ ਦੇ ਵਿੱਚੋਂ ਥੋੜੇ ਜਿਹੇ ਖੁਸ਼ੀਆਂ ਦੇ ਪਲ ਲੱਭ ਕੇ ਤੇ ਆਪਾਂ ਇਹ ਛੋਟਾ ਜਿਹਾ ਉਪਰਾਲਾ ਕੀਤਾ ਹੈ ਤੇ ਸਾਰੇ ਸਾਥੀਆਂ ਨੇ ਇਹਦੇ 'ਚ ਬੜੀ ਅੱਛੀ ਤਰ੍ਹਾਂ ਸ਼ਮੂਲੀਅਤ ਕੀਤੀ ਹੈ। ਸੂਰਾਂ ਦੇ ਬਾਦਸ਼ਾਹ ਸਰਦੂਲ ਸਿਕੰਦਰ ਦੀ ਮੌਤ ਮਗਰੋਂ ਉਹਨਾਂ ਦੀ ਪਤਨੀ ਅਤੇ ਫਿਲਮੀ ਅਦਾਕਾਰ ਅਮਰ ਨੂਰੀ ਨੇ ਪਹਿਲੀ ਲੋਹੜੀ ਖੰਨਾ ਵਿਖੇ ਧੀਆਂ ਨਾਲ ਮਨਾਈ। ਆਧਾਰ ਦੀ ਫਾਊਂਡੇਸ਼ਨ ਵੱਲੋਂ ਕਰਾਏ ਸਮਾਗਮ ਵਿੱਚ ਨੂਰੀ ਮੁੱਖ ਮਹਿਮਾਨ ਵਜੋਂ ਪੁੱਜੀ। ਇਸ ਸਮਾਗਮ ਵਿੱਚ ਵਿਧਾਇਕ ਤਰਨਪ੍ਰੀਤ ਸਿੰਘ ਸੋਨ ਨੇ ਵੀ ਹਾਜ਼ਰੀ ਲਗਵਾਈ। ਅਮਰ ਨੂਰੀ ਨੇ ਕਿਹਾ ਹੈ ਕਿ ਸਮਾਜ ਅੰਦਰ ਲੜਕਾ ਲੜਕੀ ਦਾ ਫਰਕ ਖਤਮ ਕਰਨ ਲਈ ਆਧਾਰ ਸੰਸਥਾ ਚੰਗਾ ਕੰਮ ਕਰ ਰਹੀ ਹੈ। ਅੱਜ ਇਹ ਕੰਬਲ ਵੰਡ ਸਮਾਰੋਹ ਸੀਗਾ, ਲੋਹੜੀ ਦਾ ਤਿਉਹਾਰ ਹੈ ਜੀ, ਕੀ ਕਹਿਣਾ ਚਾਹੋਗੇ? ਭਾਈ ਬਾਬਾ ਜੀ ਦਾ ਬਹੁਤ ਵੱਡਾ ਕਾਰਜ ਹੈ ਜਿਹੜਾ ਗਰੀਬਾਂ ਤੱਕ ਠੰਡ ਦੀ ਰੁੱਤ ਦੇ ਵਿੱਚ ਕੰਬਲ ਦਿੱਤੇ ਨੇ, ਬਹੁਤ ਵਧੀਆ ਕਾਰਜ ਹੈ। ਮੈਂ ਇਹਨਾਂ ਨੂੰ ਇਸ ਗੱਲ ਦੀ ਵਧਾਈ ਦਿੰਦਾ। ਨੰਬਰ 2 ਤੇ ਜਿਹੜੀ ਬਾਬਾ ਭਾਈ ਗੁਰਦਾਸ ਜੀ ਸਾਡੀ ਮਾਨਸਾ ਦਾ ਸਿਰਜਕ ਨੇ, ਤੇ ਇਹ ਅੱਜ ਦੇ ਦਿਨ ਦੇ ਉੱਤੇ ਇੱਥੋਂ ਇਹੋ ਜਿਹੇ ਕਾਰਜ ਦੀ ਅਸੀਂ ਉਮੀਦ ਕਰਦੇ ਅਤੇ ਅਰਦਾਸ ਕਰਨਾ ਮੈਂ ਜਿਹੜੀ ਸਾਡੇ ਸਮੁੱਚੇ ਪੰਜਾਬ ਨੂੰ ਨਜ਼ਰ ਲੱਗੀ ਹੈ ਕਤਲੋਗਾਰਤ ਦੀ, ਬਾਬਾ ਜੀ ਮਿਹਰ ਕਰਨ, ਆਉਣ ਵਾਲਾ ਸਮਾਂ ਸਾਰਾ ਸ਼ਾਂਤੀ ਭਰਿਆ। ਰੈੱਡ ਕਰਾਸ ਦੀ ਸਹਾਇਤਾ ਨਾਲ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਸ਼ੁਰੂ ਕੀਤੇ ਗਏ ਡਾਇਲਿਸਿਸ ਦਾ ਅੱਜ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਉਦਘਾਟਨ ਕੀਤਾ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡਾਕਟਰ ਬਲਜੀਤ ਕੌਰ ਨੇ ਕਿਹਾ ਹੈ ਕਿ ਇਹ ਰੈੱਡ ਕਰਾਸ ਵੱਲੋਂ ਸਿਹਤ ਵਿਭਾਗ ਨਾਲ ਮਿਲ ਕੇ ਉਪਰਾਲਾ ਕੀਤਾ ਗਿਆ ਹੈ ਤੇ ਇਹ ਬਹੁਤ ਹੀ ਸ਼ਲਾਘਾਯੋਗ ਹੈ। ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਆਮ ਲੋਕਾਂ ਨੂੰ ਚੰਗੀਆਂ ਸੇਵਾਵਾਂ ਦੇਣ ਲਈ ਵਚਨਬੱਧ ਹੈ ਤੇ ਆਉਂਦੇ ਦਿਨਾਂ ਵਿੱਚ ਸਿਹਤ ਸੇਵਾਵਾਂ ਬਿਹਤਰ ਬਣਾਉਣ ਲਈ ਕਦਮ ਚੁੱਕੇ ਜਾਣਗੇ। ਬੀਤੀ ਰਾਤ ਪੰਜਾਬ ਦੀ 108 ਐਂਬੂਲੈਂਸ ਡਰਾਈਵਰ ਵੱਲੋਂ ਅਣਮਿੱਥੇ ਸਮੇਂ ਦੀ ਹੜਤਾਲ ਤੇ ਚਲੇ ਜਾਣ ਬਾਰੇ ਟਿੱਪਣੀ ਕਰਦੇ ਹੋਏ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ 108 ਐਂਬੂਲੈਂਸ ਹੈ, ਪਰ ਇਸ ਨਾਲ ਸਿਹਤ ਮੰਤਰੀ ਨਾਲ ਲਗਾਤਾਰ ਬੈਠਕਾਂ ਕੀਤੀਆਂ ਜਾ ਰਹੀਆਂ, ਜਲਦ ਹੀ ਇਸ ਮਸਲੇ ਦਾ ਹੱਲ ਕਰ ਲਿਆ ਜਾਵੇਗਾ। ਪੇਸ਼ ਹੈ ਬਠਿੰਡਾ ਤੋਂ ਸਾਡੇ ਪੱਤਰਕਾਰ ਮਾਸਟਰ ਖਾਨ ਦੀ ਇਹ ਖਾਸ ਰਿਪੋਰਟ। ਖੰਨੇ ਵਾਲਿਆਂ ਦੇ ਹਿੱਸੇ ਹੁੰਦੀ ਹੈ ਪੇਸ਼ੈਂਸ, ਔਰ ਸਾਡਾ ਸਾਰਾ ਮੀਡੀਆ ਇੰਨੇ ਸਬਰ ਦੇ ਨਾਲ ਬੈਠਾ ਰਿਹਾ ਕਿਉਂਕਿ ਪ੍ਰੋਗਰਾਮ ਲੰਬਾ ਸੀਗਾ, ਸਾਰੇ ਨੇ ਬੋਲਣਾ ਵੀ ਸੀਗਾ ਤੇ ਪਰ ਤੁਸੀਂ ਇੰਨੀ ਦੇਰ ਤੱਕ ਇੰਤਜ਼ਾਰ ਕੀਤਾ ਨਾ, ਥੈਂਕ ਯੂ ਸੋ ਮਚ। ਬਹੁਤ ਵਧੀਆ ਲੱਗਦਾ ਜਦੋਂ ਚੰਗੇ ਪ੍ਰੋਗਰਾਮ ਹੁੰਦੇ ਨੇ ਨਾ। ਮੈਂ ਹਮੇਸ਼ਾ ਜਾਣਦੀ ਹਾਂ ਚੰਗੇ ਪ੍ਰੋਗਰਾਮ ਦੇ ਵਿੱਚ ਨਾ, ਜਦੋਂ ਕੋਈ ਮੈਨੂੰ ਕੋਈ ਸੰਸਥਾ ਅੱਛਾ ਕੰਮ ਕਰਨ ਵਾਲੇ ਬੁਲਾਉਂਦੇ ਨੇ ਤਾਂ ਮੈਂ ਭੱਜ ਕੇ ਜਾਂਦੀ ਹਾਂ ਉੱਥੇ। ਸਾਡੇ ਭੈਣ ਜੀ ਹਰਜੀਤ ਭੈਣ ਜੀ ਦਾ ਜਦੋਂ ਫੋਨ ਆਇਆ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਦੱਸਿਆ, ਕਿਉਂਕਿ ਇਹ ਕਾਫੀ ਦੇਰ ਤੋਂ ਇਸ ਟੀਮ ਨਾਲ ਜੁੜੇ ਹੋਏ ਨੇ। ਵੈਸੇ ਵੀ ਇਹ ਬਹੁਤ ਅੱਛੇ ਕੰਮ ਕਰਦੇ ਨੇ, ਚੰਗੇ ਭਲਾਈ ਦੇ ਕੰਮ ਕਰਦੇ ਨੇ ਤੇ ਜਦੋਂ ਇਹਨਾਂ ਨੇ ਮੈਨੂੰ ਫੋਨ ਕੀਤਾ ਤਾਂ ਮੈਨੂੰ ਬਹੁਤ ਚੰਗਾ ਲੱਗਿਆ ਤੇ ਮੈਂ ਅੱਜ ਆਧਾਰ ਟੀਮ ਦੇ ਨਾਲ ਜੁੜੀ ਹਾਂ। ਇਸ ਸਕੂਲ ਦੇ ਵਿੱਚ ਆਈਆਂ, ਟੀਚਰ ਜਿੰਨੇ ਵੀ ਹੈਗੇ ਨੇ ਇੱਥੇ ਮਿਲੀਆਂ, ਸਾਡੇ ਪ੍ਰਿੰਸੀਪਲ ਸਾਹਿਬ ਜਿਹੜੇ ਇੱਥੇ ਇਸ ਸਕੂਲ ਦੇ, ਉਹਨਾਂ ਦੀ ਐਫਰਟ ਇੰਨੀ ਕੀਤੀ, ਉਹਨਾਂ ਨੇ ਉਹਨਾਂ ਦੀਆਂ ਪ੍ਰਾਪਤੀਆਂ ਦੇਖ ਕੇ ਸੁਣ ਕੇ ਮੈਨੂੰ ਬੜੀ ਖੁਸ਼ੀ ਹੋ ਰਹੀ ਸੀਗੀ ਕਿ ਕਿੰਨੀਆਂ ਤਰੱਕੀਆਂ ਕਰ ਰਹੇ ਨੇ, ਹੈ ਨਾ। ਸਰਕਾਰੀ ਸਕੂਲ ਆ ਤੇ ਕਿਉਂਕਿ ਮੈਂ ਵੀ ਸਰਕਾਰੀ ਸਕੂਲ 'ਚ ਪੜ੍ਹੀ ਆ। ਸਕੂਲ ਜਿਹੜੇ ਪ੍ਰਾਈਵੇਟ ਵੀ ਹੈਗੇ ਨੇ, ਚਲੋ ਆਪਾਂ ਇਹ ਕਹਿੰਦੇ ਕਿ ਜਿਹੜਾ ਸਾਡਾ ਟਾਈਮ ਸੀਗਾ ਉਦੋਂ ਸਰਕਾਰੀ ਸਕੂਲ ਹੁੰਦੇ ਸੀ, ਬਹੁਤ ਘੱਟ ਪ੍ਰਾਈਵੇਟ ਸਕੂਲ ਹੁੰਦੇ ਸੀ। ਅਸੀਂ ਸਾਰੇ ਸਰਕਾਰੀ ਸਕੂਲਾਂ 'ਚ ਪੜ੍ਹੇ ਆ। ਮੈਂ ਤਾਂ ਇੱਕ ਗੱਲ ਕਰਦੀ ਹੁੰਦੀ ਹੈ, ਜਿਹਨੇ ਨਾ ਅੰਦਰ ਚਿਣਗ ਹੋਵੇ, ਜਿਹਨੇ ਪੜ੍ਹਨਾ ਹੈ, ਕੁਝ ਬਣਨਾ ਹੈ ਜ਼ਿੰਦਗੀ 'ਚ, ਜਿਹਦੇ ਅੰਦਰ ਕਰੰਟ ਹੋਵੇ ਕਿ ਮੈਂ ਕਿਸੇ ਮੰਜ਼ਿਲ ਤੇ ਪਹੁੰਚਣਾ ਹੈ, ਉਹਨੂੰ ਕੋਈ ਫਰਕ ਨਹੀਂ ਪੈਂਦਾ ਪ੍ਰਾਈਵੇਟ ਸਕੂਲ ਆ ਜਾਂ ਕਿੱਦਾਂ, ਉਹਨੇ ਪੜ੍ਹੇ ਲੈਣਾ। ਸਰਕਾਰੀ ਸਕੂਲ 'ਚ ਵੀ ਬੱਚੇ ਬਹੁਤ ਉੱਤੇ ਤੱਕ ਗਏ ਨੇ ਔਰ ਮੈਂ ਕਹਿੰਦੀ ਹਾਂ ਅੱਜ ਜਿਹੜੇ ਟੌਪ ਤੇ ਬੈਠੇ ਨੇ ਨਾ, ਉਹ ਸਾਰੇ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਗਏ ਹੋਏ ਨੇ। ਸਾਡੇ CM ਸਾਹਿਬ ਭਗਵੰਤ ਜੀ, ਉਹ ਵੀ ਸਰਕਾਰੀ ਸਕੂਲ 'ਚ ਪੜ੍ਹੇ ਹੋਏ ਨੇ। ਸੋ ਮੈਂ ਇਹ ਕਹਾਂਗੀ ਕਿ ਸਾਡਾ ਜਿਹੜੀ ਸਰਕਾਰੀ ਸਕੂਲਾਂ ਦੀ, ਸਾਡੇ ਹਸਪੀਟਲਾਂ ਦੀ ਹਾਲਤ ਹੁਣ ਬਹੁਤ ਸੁਧਰ ਰਹੀ ਆ, ਸੁਧਾਰ ਆ ਰਿਹਾ ਹੈ ਤੇ ਇਸ ਗੱਲ ਦੀ ਬਹੁਤ ਖੁਸ਼ੀ ਆ। ਸਾਡੇ CM ਸਾਹਿਬ ਭਗਵੰਤ ਜੀ ਬਹੁਤ ਐਫਰਟ ਕਰ ਰਹੇ ਨੇ, ਬਹੁਤ ਨੱਠ ਭੱਜ ਕਰ ਰਹੇ ਨੇ, ਹਰ ਚੀਜ਼ ਨੂੰ ਸੈੱਟ ਕਰ ਰਹੇ ਨੇ, ਬਹੁਤ ਚੰਗਾ ਹੈ। ਬਾਕੀ ਵੀ ਜਿਹੜੀਆਂ ਪਹਿਲਾਂ ਵੀ ਸਰਕਾਰਾਂ ਸੀ ਉਹਨਾਂ ਨੇ ਵੀ ਆਪਣੇ ਦੌਰ 'ਚ ਜਿੰਨਾ ਵਧੀਆ ਜੋ ਉਹਨਾਂ ਤੋਂ ਹੋ ਸਕਦਾ ਸੀ ਉਹਨਾਂ ਨੇ ਕੀਤਾ। ਸਾਰੇ ਨੇ ਕੁਛ ਨਾ ਕੁਛ ਤਾਂ ਵਧੀਆ ਕਰਕੇ ਗਏ ਨੇ ਸਾਰੇ। ਸੋ ਸਾਡੇ ਭਗਵੰਤ ਜੀ ਹੈਲਥ ਬਾਰੇ ਤੇ ਐਜੂਕੇਸ਼ਨ ਬਾਰੇ ਸੋਚ ਰਹੇ ਨੇ, ਕਿਉਂਕਿ ਦੋ ਹੀ ਚੀਜ਼ਾਂ ਹੁੰਦੀਆਂ ਜ਼ਿੰਦਗੀ 'ਚ, ਜੇ ਤੁਹਾਡੀ ਸਿਹਤ ਠੀਕ ਆ ਤਾਂ ਤੁਸੀਂ ਕੁਝ ਕਰ ਸਕਦੇ ਹੋ।
ਲੋਹੜੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਹਰ ਜਗ੍ਹਾ ਤੇ ਮਨਾਇਆ ਗਿਆ। ਗੱਲ ਕਰਦੇ ਹਾਂ ਲਾਂਡਰਾ ਰੋਡ ਤੇ ਸਥਿਤ ਸੰਤ ਨਾਮਦੇਵ ਭਵਨ ਦੇ ਵਿੱਚ, ਜਿੱਥੇ ਸਾਰੀ ਛਿੰਬਾ ਬਰਾਦਰੀ ਦੇ ਵੱਲੋਂ ਇਸ ਤਿਉਹਾਰ ਨੂੰ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਸਮੂਹ ਛਿੰਬਾ ਬਰਾਦਰੀ ਦੇ ਵਿੱਕੀ ਮੋਹਲ ਪ੍ਰਧਾਨ ਵੱਲੋਂ ਅਤੇ ਬਾਕੀ ਮੈਂਬਰਾਂ ਵੱਲੋਂ ਵੀ ਇਸ ਤਿਉਹਾਰ ਨੂੰ ਭਰਵਾਂ ਹੁੰਗਾਰਾ ਮਿਲਿਆ। ਪ੍ਰੀਤਿੰਦਰ ਮੋਹਨ ਸਿੰਘ ਪੱਤੀ ਮੈਂਬਰ, ਹਰਬੰਸ ਸਿੰਘ ਮੈਂਬਰ ਅਤੇ ਬਾਕੀ ਛਿੰਬਾ ਬਰਾਦਰੀ ਵੱਲੋਂ ਇਸ ਮੌਕੇ ਤੇ ਚਾਹ ਸਮੋਸਿਆਂ ਦਾ ਵੀ ਲੰਗਰ ਲਗਾਇਆ ਗਿਆ ਤੇ ਸੰਗਤਾਂ ਨੂੰ ਲੋਹੜੀ ਵੀ ਵੰਡੀ ਗਈ। ਪੇਸ਼ ਹੈ ਖਰੜ ਤੋਂ ਸਾਡੇ ਪੱਤਰਕਾਰ ਤਰਨਜੀਤ ਬਤਰਾ ਦੀ ਇਹ ਰਿਪੋਰਟ। ਮੈਂ ਰਾਜਕੁਮਾਰ ਮੋਹਲ ਲੋਹੜੀ ਦੀਆਂ ਸਾਰੀ ਬਰਾਦਰੀ ਨੂੰ ਲੱਖ ਲੱਖ ਵਧਾਈ ਦਿੰਦਾ ਆਪਣੇ ਵੱਲੋਂ ਅਤੇ ਨਾਮਦੇਵ ਸਭਾ ਵੱਲੋਂ ਤਹਿ ਦਿਲੋਂ ਉਹਨਾਂ ਦਾ ਸ਼ੁਕਰੀਆ ਕਰਦਾ। ਜਿਹੜੀਆਂ ਵੀ ਸੰਗਤ ਆਈ ਹੈ ਉਹਨਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਾ। ਦੋਸਤੋ, ਇਹ ਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ। ਰੱਬ ਰਾਖਾ।